ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਜਿਵੇਂ ਕਿ ਰਾਜੇ ਆਪਾਂ ਪੰਜਾਬ ਜੀਕੇ ਦਾ ਇੱਕ ਨਵਾਂ ਟੌਪਿਕ ਸ਼ੁਰੂ ਕੀਤਾ ਸੂਫੀ ਕਾਵ ਦਾ, ਜਿਹੜਾ ਤੁਹਾਨੂੰ ਕਿਸੇ ਵੀ ਬੁੱਕ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ। ਤਾਂ ਆਪਾਂ ਇੱਥੇ ਤੁਹਾਡੇ ਵਾਅਦੇ ਦੇ ਮੁਤਾਬਕ ਰਾਜੇ ਉਹਨੂੰ ਕੰਪਲੀਟ ਕਰਵਾ ਰਹੇ ਹਾਂ। ਅੱਜ ਉਹਦਾ ਸੈਕੰਡ ਪਾਰਟ ਲੈ ਕੇ ਆਏ ਹਾਂ। ਤਾਂ ਮੇਰੀ ਇੱਕ ਹੰਬਲ ਰਿਕੁਐਸਟ ਹੈ ਬੇਟੇ, ਜਿਹੜੇ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਰੂਰ ਸਬਸਕ੍ਰਾਈਬ ਕਰੋ ਤੇ ਹੋਰਨਾਂ ਤੋਂ ਵੀ ਕਰਾਓ ਜੇ ਤੁਹਾਨੂੰ ਵਧੀਆ ਲੱਗਦਾ ਕਿ ਸਰ ਮਿਹਨਤ ਕਰ ਰਹੇ ਆ। ਤਾਂ ਸਟਾਰਟ ਕਰਦੇ ਰਾਜੇ। ਲਾਸਟ ਟਾਈਮ ਮੈਂ ਜੋ ਕਰਵਾਇਆ ਸੀਗਾ, ਠੀਕ ਹੈ ਜੀ, ਉਹਦੇ ਵਿੱਚੋਂ ਮੈਂ ਕੁਐਸਚਨ ਵੀ ਪੁੱਛੇ ਸੀ। ਮੋਸਟਲੀ ਸਭ ਦੇ ਕੁਐਸਚਨ ਠੀਕ ਨੇ, ਆਨਸਰ ਠੀਕ ਨੇ। ਤੇ ਉਹਦੇ ਵਿੱਚ ਇੱਕ ਚੀਜ਼ ਸ਼ਾਇਦ ਮੇਰੇ ਮਾਈਂਡ ਚੋਂ ਸਕਿਪ ਕਰ ਗਈ ਸੀ, ਠੀਕ ਹੈ ਜੀ। ਬਾਬਾ ਸ਼ੇਖ ਫਰੀਦ ਜੀ ਬਾਰੇ ਮੈਂ ਪੜ੍ਹਾਇਆ ਸੀਗਾ। ਤਾਂ ਇਹਦੇ ਵਿੱਚ ਰਾਜੇ ਸ਼ੇਖ ਫਰੀਦ ਜੀ ਦਾ ਜਿਹੜਾ ਜਨਮ ਹੋਇਆ ਰਾਜੇ, ਉਹ ਦੱਸਣਾ ਮੈਂ ਭੁੱਲ ਗਿਆ ਸੀ। 1173 ਈਸਵੀ ਨੂੰ ਹੋਇਆ ਤੇ ਜਿਹੜੀ ਉਹਨਾਂ ਦੀ ਮ੍ਰਿਤੂ ਹੋਈ ਹੈ, ਮੌਤ ਹੋਈ ਹੈ ਰਾਜੇ, ਉਹ 1266 ਈਸਵੀ ਨੂੰ ਹੋਈ ਹੈ, ਠੀਕ ਹੈ ਜੀ। ਤਾਂ ਬਾਕੀ ਸਾਰਾ ਕੁਝ ਮੈਂ ਪੜ੍ਹਾਤਾ ਸੀ ਇਹਨਾਂ ਦੇ ਬਾਰੇ। ਬਾਕੀ ਅੱਜ ਮੈਂ ਤੁਹਾਨੂੰ ਲਾਸਟ ਦੇ ਵਿੱਚ ਇੱਕ ਕੁਐਸਚਨ ਵੀ ਪੁੱਛੂੰਗਾ, ਸ਼ਾਇਦ ਵੀ ਦੇਖਾਂਗੇ ਤੁਸੀਂ ਕਿੰਨੇ ਕੁ ਧਿਆਨ ਦੇ ਨਾਲ ਪਿਛਲੀਆਂ ਵੀਡੀਓ ਰਿਵਾਈਜ਼ ਕਰ ਰਹੇ ਹੋ ਜਾਂ ਨਹੀਂ ਕਰ ਰਹੇ। ਤਾਂ ਸਟਾਰਟ ਕਰਦੇ ਹਾਂ ਰਾਜੇ। ਆਪਾਂ ਅੱਜ ਜਿਹੜਾ ਟੌਪਿਕ ਪੜ੍ਹਨਾ, ਇਹਦੇ ਵਿੱਚ ਆਪਾਂ ਸੂਫੀ ਕਾਵ ਜਿਹੜੇ ਹੋਏ ਆ, ਕਵੀ ਹੋਏ ਆ, ਉਹਨਾਂ ਦੇ ਬਾਰੇ ਪੜ੍ਹਨਾ ਹੈ। ਇੱਕ ਸੁਲਤਾਨ ਬਾਹੂ ਜੀ ਤੇ ਇੱਕ ਆਪਣੇ ਬੁੱਲੇ ਸ਼ਾਹ ਜੀ। ਬੁੱਲੇ ਸ਼ਾਹ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ, ਉਹਨਾਂ ਦੀਆਂ ਰਚਨਾਵਾਂ ਵੀ ਪੜ੍ਹਦੇ ਰਹੇ ਹੋਵੋਗੇ। ਗੱਲ ਕਰਦੇ ਰਾਜੇ ਆਪਾਂ ਸੁਲਤਾਨ ਬਾਹੂ ਜੀ ਦੀ ਗੱਲ ਕਰਦੇ। ਇਹਨਾਂ ਦਾ ਟਾਈਮ ਪੀਰੀਅਡ ਜਿਹੜਾ ਮੰਨਿਆ ਜਾਂਦਾ ਰਾਜੇ 1631 ਤੋਂ ਲੈ ਕੇ 1691 ਈਸਵੀ ਮੰਨਿਆ ਜਾਂਦਾ। ਇਹ ਡੇਟਸ ਵਗੈਰਾ ਯਾਦ ਰੱਖਣੀਆਂ ਨੇ, ਤੁਹਾਨੂੰ ਐਗਜ਼ਾਮ 'ਚ ਪੁੱਛੀਆਂ ਜਾ ਸਕਦੀਆਂ। ਆ ਹੈਗੇ ਨਾ ਜੀ ਸੁਲਤਾਨ ਬਾਹੂ ਜੀ, ਠੀਕ ਹੈ ਜੀ। ਇਹ ਵੀ ਆਪਣੇ ਇੱਕ ਸੂਫੀ ਕਵੀ ਹੋਏ ਨੇ ਰਾਜੇ, ਠੀਕ ਹੈ ਜੀ। ਇਹ ਜਿਹੜੇ ਆਪਣੇ ਸੂਫੀ ਕਾਵ ਹੈ ਉਹਦੇ ਚਾਰ ਮੀਨਾਰ ਮੰਨੇ ਜਾਂਦੇ। ਉਹ ਕਿਹੜੇ ਕਿਹੜੇ ਨੇ ਉਹ ਵੀ ਮੈਂ ਤੁਹਾਨੂੰ ਦੱਸ ਕੇ ਜਾਊਂਗਾ ਅੱਜ। ਤਾਂ ਸਟਾਰਟ ਕਰਦੇ ਰਾਜੇ, ਇਹਨਾਂ ਦੇ ਬਾਰੇ ਆਪਾਂ ਪੜ੍ਹਨਾ ਸਟਾਰਟ ਕਰਦੇ। ਇਹਨਾਂ ਦੀ ਜੀਵਨੀ, ਇਹਨਾਂ ਦੀ ਰਚਨਾਵਾਂ ਬਾਰੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਅਗਰ ਆਪਾਂ ਸਟਾਰਟ ਕਰੀਏ ਰਾਜੇ, ਜਿਹੜੇ ਸੁਲਤਾਨ ਬਾਹੂ ਜੀ ਸੀਗੇ, ਇੱਕ ਮੁਸਲਿਮ ਸੂਫੀ ਅਤੇ ਸੰਤ ਸੀਗੇ ਜਿਸਨੇ ਕਹਿੰਦਾ ਸਰਵਰੀ ਕਾਦਰੀ ਸੂਫੀ ਸੰਪਰਦਾ ਦੀ ਨੀਂਹ ਰੱਖੀ। ਤਾਂ ਤੁਹਾਨੂੰ ਮੈਂ ਲਾਸਟ ਟਾਈਮ ਵੀ ਇੱਕ ਵਾਰੀ ਪੜ੍ਹਾਇਆ ਸੀ ਕਾਦਰੀ, ਠੀਕ ਹੈ। ਤਾਂ ਜਿਵੇਂ ਬਾਬਾ ਬੁੱਲਾ ਸ਼ਾਹ ਜੀ ਨੂੰ ਆਪਾਂ ਬਾਬਾ ਫਰੀਦ ਜੀ ਨੂੰ ਪੜ੍ਹਿਆ ਸੀਗਾ, ਠੀਕ ਹੈ ਜੀ। ਜਿਵੇਂ ਉਹ ਚਿਸ਼ਤੀ ਦੇ ਨਾਲ ਸੰਬੰਧਿਤ ਸੀਗੇ, ਇਹ ਕਿਹਦੇ ਨਾਲ ਸੰਬੰਧਿਤ ਨੇ? ਕਾਦਰੀ ਪਰੰਪਰਾ ਦੇ ਨਾਲ ਸੰਬੰਧਿਤ ਨੇ, ਠੀਕ ਹੈ ਜੀ। ਯਾਦ ਰੱਖ ਲੈਣਾ ਤੁਸੀਂ, ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਠੀਕ ਹੈ। ਇਹਨਾਂ ਦੀਆਂ ਜਿਹੜੀਆਂ ਸੰਪਰਦਾਵਾਂ ਹੈਗੀਆਂ ਨੇ ਰਾਜੇ, ਇਹ ਵੀ ਯਾਦ ਰੱਖਣੀਆਂ ਨੇ। ਇਹਨਾਂ ਦੀ ਜਨਮ ਤਰੀਕ ਤੇ ਡੈਥ ਡੇਟ ਜਿਹੜੀ ਹੈਗੀ ਉਹ ਵੀ ਯਾਦ ਰੱਖਣੀ ਹੈ ਤੇ ਰਚਨਾਵਾਂ ਵੀ ਯਾਦ ਰੱਖਣੀਆਂ। ਇਸ ਤੋਂ ਗੱਲ ਕਰੀਏ ਅੱਗੇ ਆਪਾਂ ਕਾਦਰੀ ਸੂਫੀ ਸੰਪਰਦਾ ਦੇ ਨਾਲ ਇਹਨੇ ਕੀ ਸੰਬੰਧ ਰੱਖਦੇ ਸੀਗੇ। ਕਹਿੰਦੇ ਜੀ ਇਹਨਾਂ ਦੇ ਅਗਰ ਆਪਾਂ ਜਨਮ ਦੀ ਗੱਲ ਕਰੀਏ ਰਾਜੇ, ਇਹਨਾਂ ਦੇ ਦੇਖੋ ਇਹ ਕਾਫੀ ਪੁਰਾਣੇ ਹੋਏ ਨੇ, ਇਸ ਕਰਕੇ ਇਹਨਾਂ ਦੇ ਜਿਹੜੇ ਜਨਮ ਹੈਗਾ ਜਾਂ ਕੋਈ ਮ੍ਰਿਤੂ ਹੈਗੀ ਹੈ, ਇਹਦੇ ਬਾਰੇ ਵਿਦਵਾਨਾਂ ਦੇ ਨਾ ਅਲੱਗ-ਅਲੱਗ ਮਤ ਹੁੰਦੇ ਆ, ਅਲੱਗ-ਅਲੱਗ ਵਿਚਾਰ ਹੁੰਦੇ ਆ। ਕਹਿੰਦੇ ਜੀ ਕੁਝ ਵਿਦਵਾਨ ਕੀ ਕਹਿ ਰਹੇ ਆ, ਕਹਿੰਦੇ ਜੀ ਉਹਨਾਂ ਦਾ ਜਿਹੜਾ ਸੁਲਤਾਨ ਬਾਹੂ ਜੀ ਦਾ ਜੀਵਨ ਕਾਲ ਮੰਨਦੇ 1629 ਤੋਂ ਲੈ ਕੇ 30। ਪਰ ਜਿਹੜਾ ਆਪਾਂ ਪੜ੍ਹਨਾ ਐਗਜ਼ਾਮ ਦੇ ਵਾਸਤੇ ਰਾਜੇ, ਉਹ ਕਰੈਕਟ ਹੈਗਾ 1631 ਤੋਂ ਲੈ ਕੇ 1691। ਕਹਿੰਦੇ ਜੀ 1629 30 ਈਸਵੀ ਜਾਂ 1690 91 ਈਸਵੀ ਨੂੰ ਹੀ ਮੰਨਦੇ ਆ। ਪਰ ਕੁਝ ਵਿਦਵਾਨ ਕਹਿੰਦਾ ਕੀ ਮੰਨਦੇ ਆ 1631 ਤੋਂ ਲੈ ਕੇ 1691। ਇਹ ਬਿਲਕੁਲ ਠੀਕ ਮੰਨਿਆ ਗਿਆ। ਜ਼ਿਆਦਾਤਰ ਜਿਹੜੇ ਵਿਦਵਾਨ ਹੈਗੇ ਆ ਉਹ ਇਹ ਮੰਨਦੇ ਆ ਤੇ ਆਪਾਂ ਐਗਜ਼ਾਮ ਦੇ ਵਾਸਤੇ 100% ਇਹੀ ਯਾਦ ਰੱਖਣਾ, ਠੀਕ ਹੈ। ਇਹ ਤੁਹਾਨੂੰ ਮੈਂ ਤਾਂ ਦੱਸਦਾ ਕਿਉਂਕਿ ਬੱਚੇ ਗੂਗਲ ਮਾਰ ਲੈਂਦੇ ਆ ਜਾਂ ਕਿਸੇ ਹੋਰ ਪਲੇਟਫਾਰਮ ਤੇ ਪੜ੍ਹ ਲੈਂਦੇ ਆ, ਫਿਰ ਉਹ ਕਹਿੰਦੇ ਆ ਵੀ ਸਰ ਤੁਸੀਂ ਗਲਤ ਪੜ੍ਹਾਇਆ। ਗਲਤ ਨਹੀਂ ਹੁੰਦਾ ਰਾਜੇ, ਮੈਂ ਕਦੇ ਵੀ ਇੱਕ ਸੋਰਸ ਤੋਂ ਨਹੀਂ, ਮੈਂ ਹਮੇਸ਼ਾ ਹਾਈ ਲੈਵਲ, ਕਿਉਂਕਿ ਨਾ ਮੈਂ PhD ਮਤਲਬ ਕਿਸ ਟਾਈਮ ਕਰ ਰਿਹਾ ਸੀ, ਚਲੋ ਕੋਈ ਘਰ ਦੇ ਵਿੱਚ ਪ੍ਰੋਬਲਮਾਂ ਹੋ ਗਈਆਂ, 100 ਵਿੱਚੋਂ 40 ਛੱਡਣੀ ਪਈ। ਤਾਂ PhD ਦੇ ਵਿੱਚ ਕੀ ਆਪਾਂ ਕਰਦੇ ਆ, ਜਦੋਂ ਵੀ ਕੋਈ ਚੀਜ਼ ਆਪਾਂ PhD ਦੇ ਵਿੱਚ ਆਪਾਂ ਥੀਸਿਸ ਲਿਖਦੇ ਆ ਤਾਂ ਹਮੇਸ਼ਾ ਆਪਾਂ ਉਹ ਚੀਜ਼ਾਂ ਦੇਖਦੇ ਆ ਜਿਹੜੀਆਂ ਕਿ ਰਿਸਰਚ ਦੇ ਵਿੱਚ ਲਿਖੀਆਂ ਜਾਂਦੀਆਂ। ਰਿਸਰਚ ਪੇਪਰ ਜਿਹੜੇ ਬੰਦੇ ਲਿਖਦੇ ਆ ਉਹ ਕਦੇ ਵੀ ਗਲਤ ਨਹੀਂ ਹੁੰਦਾ। ਰਿਸਰਚ ਪੇਪਰ ਦਾ ਮਤਲਬ ਹੁੰਦਾ ਕਿ ਉਹ 10 ਤੋਂ 12 ਸੋਰਸਿਸ, ਜਿਹੜੇ ਵਧੀਆ ਸੋਰਸਿਸ ਹੁੰਦੇ ਆ, ਵਧੀਆ ਵਿਦਵਾਨ ਹੁੰਦੇ ਆ, ਉਹਨਾਂ ਦੇ ਜਿਹੜੇ ਜਰਨਲ ਹੁੰਦੇ ਉਹਨਾਂ ਨੂੰ ਪੜ੍ਹ ਕੇ ਇੱਕ ਨਵੀਂ ਚੀਜ਼ ਲਿਖਣੀ ਹੁੰਦੀ ਹੈ। ਤਾਂ ਮੈਂ ਵੀ ਹਮੇਸ਼ਾ ਜਰਨਲ ਨੂੰ ਫੋਲੋ ਕਰਦਾ, ਕਦੇ ਵੀ ਜਿਹੜੀਆਂ ਆਮ ਕਿਤਾਬਾਂ ਹੁੰਦੀਆਂ, ਲੋਕਲ ਕਿਤਾਬਾਂ, ਮੈਂ ਉਹਨੂੰ ਕਦੇ ਨਹੀਂ ਫੋਲੋ ਕਰਦਾ। ਤਾਂ ਇਸ ਕਰਕੇ ਯਕੀਨ ਰੱਖੋ ਵੀ ਜੋ ਵੀ ਕਰਵਾ ਰਿਹਾ, ਤਾਂ ਹੀ ਤਾਂ ਵੀਡੀਓ ਆਉਣ ਦੇ ਵਿੱਚ ਟਾਈਮ ਲੱਗਦਾ ਹੈ। 2 ਤੋਂ 3 ਘੰਟੇ ਤਾਂ ਦੇਖੋ, ਜਿਹੜੀ ਜੀਕੇ ਹੈਗੀ ਉਹਨੂੰ ਪੜ੍ਹਾਉਣਾ ਬਹੁਤ ਔਖਾ ਕੰਮ ਹੈ, ਕਿਉਂਕਿ ਜੇ ਇੱਕ ਵੀ ਚੀਜ਼ ਗਲਤ ਹੋ ਗਈ ਤਾਂ ਬੱਚੇ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਤਾਂ ਇਸ ਕਰਕੇ ਟਾਈਮ ਲੱਗਦਾ ਵੀਡੀਓ ਨੂੰ, ਠੀਕ ਹੈ। ਤਾਂ ਕਹਿਣ ਦਾ ਮਤਲਬ ਜੋ ਮੈਂ ਕਹਿੰਦਾ ਉਹਨਾਂ ਨੂੰ ਧਿਆਨ ਨਾਲ ਸੁਣਿਆ ਕਰੋ। 1631 ਤੋਂ ਲੈ ਕੇ 1691 ਕੀ ਬਣ ਜੂਗਾ? ਤੁਹਾਡਾ ਰਾਈਟ ਬਣ ਜੂਗਾ। ਤਾਂ ਨੈਕਸਟ ਚੱਲਦੇ ਹਾਂ ਜੀ। ਇਹਨਾਂ ਦਾ ਆਪਾਂ ਸੰਪਰਦਾ ਪੜ੍ਹ ਲਈ ਕਿਹੜੀ ਹੈ, ਇਹਨਾਂ ਦਾ ਆਪਾਂ ਜਨਮ ਡੇਟ ਪੜ੍ਹ ਲਈ ਤੇ ਮ੍ਰਿਤੂ ਡੇਟ ਵੀ ਪੜ੍ਹ ਲਈ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ, ਜੇ ਇਹਨਾਂ ਦੇ ਪਿੰਡ ਦੀ ਗੱਲ ਕਰੀਏ, ਕਹਿੰਦਾ ਜੀ ਇਹਨਾਂ ਦਾ ਜਿਹੜਾ ਜਨਮ ਹੈਗਾ ਝੰਗ ਜ਼ਿਲ੍ਹਾ, ਠੀਕ ਹੈ ਜੀ, ਝੰਗ ਜ਼ਿਲ੍ਹੇ ਦੇ ਕਹਿੰਦਾ ਪਿੰਡ ਅਵਾਨ ਦੇ ਵਿੱਚ ਹੋਇਆ, ਠੀਕ ਹੈ ਜੀ। ਝੰਗ ਜ਼ਿਲ੍ਹੇ ਦੇ ਪਿੰਡ ਅਵਾਨ ਦੇ ਵਿੱਚ ਹੋਇਆ ਮੰਨਿਆ ਜਾਂਦਾ। ਇਹ ਤੁਸੀਂ ਯਾਦ ਰੱਖ ਸਕਦੇ ਹੋ। ਪਿੰਡ ਦਾ ਨਾਮ ਕਈ ਵਾਰੀ ਪੁੱਛ ਲੈਂਦੇ ਹੁੰਦੇ ਆ। ਜਿਹੜੇ ਉਹਨਾਂ ਦੇ ਪਿਤਾ ਹੈਗੇ ਰਾਜੇ, ਉਹਨਾਂ ਦਾ ਨਾਮ ਸੀਗਾ ਬਈਦ ਮੁਹੰਮਦ, ਠੀਕ ਹੈ ਜੀ, ਤੇ ਮਾਤਾ ਦਾ ਨਾਮ ਕੀ ਸੀਗਾ? ਬੀਬੀ ਰਾਸਤੀ ਕੁਦਸਰਾ ਸੀਗਾ, ਠੀਕ ਹੈ ਜੀ। ਇਹ ਥੋੜੇ ਜਿਹੇ ਮੁਸਲਿਮ ਨਾਮ ਨੇ, ਥੋੜੇ ਜਿਹੇ ਅਰਬੀ ਵਿੱਚ ਆ ਜਾਂਦੀ ਹੈ, ਤਾਂ ਇਸ ਕਰਕੇ ਨਾਮ ਥੋੜੇ ਜਿਹੇ ਤੁਸੀਂ ਯਾਦ ਵੀ ਕਰ ਸਕਦੇ ਹੋ। ਵੈਸੇ ਇਹਨਾਂ ਦੇ ਨਾਮ ਵਗੈਰਾ ਘੱਟ ਹੀ ਪੁੱਛਦੇ ਆ। ਨੈਕਸਟ ਅਗਰ ਆਪਾਂ ਗੱਲ ਕਰੀਏ ਰਾਜੇ,
ਜਿਹੜੇ ਬਾਹੂ ਸ਼ਾਹ ਹੁਸੈਨ ਪਿੱਛੋਂ ਕਹਿੰਦਾ ਦੂਜਾ ਮਹਾਨ ਸੂਫੀ ਕਵੀ ਕੌਣ ਹੋਇਆ ਸੀਗਾ, ਸੁਲਤਾਨ ਬਾਹੂ ਜੀ ਹੋਏ ਆ। ਤੁਹਾਨੂੰ ਮੈਂ ਸ਼ਾਹ ਹੁਸੈਨ ਬਾਰੇ ਪੜਾਇਆ ਹੋਇਆ ਰਾਜੇ, ਉਹ ਵੀ ਕਾਫੀ ਮਹਾਨ ਸੀਗੇ। ਤਾਂ ਉਸ ਤੋਂ ਬਾਅਦ ਦੂਜਾ ਮਹਾਨ ਸੂਫੀ ਕਵੀ ਇਹਨਾਂ ਨੂੰ ਮੰਨਿਆ ਜਾਂਦਾ ਕਿ ਇਹਨੂੰ ਸੁਲਤਾਨ ਬਾਹੂ ਜੀ ਨੂੰ ਮੰਨਿਆ ਜਾਂਦਾ ਹੈ। ਠੀਕ ਹੈ, ਨੈਕਸਟ ਗੱਲ ਕਰਦੇ ਹਾਂ ਜੀ ਆਪਾਂ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਰਾਜੇ, ਤੁਹਾਨੂੰ ਮੈਂ ਪੜ੍ਹਾਈ ਦਿੱਤਾ ਉਹਨਾਂ ਦਾ ਜਿਹੜਾ ਜਨਮ ਹੋਇਆ ਪਿੰਡ ਅਵਾਨ ਦੇ ਵਿੱਚ ਹੋਇਆ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਤੇ ਆ ਚਲੋ ਸਲਾਈਡ ਕੀ ਹੋਗੀ ਆਪਣੀ, ਦੂਜੀ ਵਾਰ ਰਿਪੀਟ ਹੋ ਗਈ। ਆਪਾਂ ਨੈਕਸਟ ਪੜ੍ਹਦੇ ਹਾਂ। ਇਸ ਤੋਂ ਬਾਅਦ ਗੱਲ ਕਰੀਏ ਰਾਜੇ, ਕਹਿੰਦੇ ਜੀ ਜਿਹੜਾ ਬਾਹੂ ਹੈ, ਕਹਿੰਦਾ ਬਾਹੂ ਨੇ ਦਿੱਲੀ ਦੇ ਸੈਯਦ ਅਬਦੁਲ ਰਹਿਮਾਨ ਨੂੰ ਆਪਣਾ ਮੁਰਸ਼ਿਦ ਧਾਰਨ ਕੀਤਾ। ਤਾਂ ਇਹ ਸਭ ਤੋਂ ਮੋਸਟ ਇੰਪੋਰਟੈਂਟ ਪੁਆਇੰਟ ਹੈ ਤੁਹਾਡਾ। ਠੀਕ ਹੈ ਜੀ, ਕਿਉਂਕਿ ਜਿਵੇਂ ਤੁਹਾਨੂੰ ਮੈਂ ਪਿਛਲੀ ਵਾਰੀ ਦੱਸਿਆ ਹੋਇਆ ਵੀ ਕਿਹੜੇ ਕਵੀ ਨੇ ਕਿਹਨੂੰ ਮੁਰਸ਼ਿਦ ਮੰਨਿਆ, ਮੁਰਸ਼ਿਦ ਦਾ ਮਤਲਬ ਹੁੰਦਾ ਗੁਰੂ, ਗੁਰੂ ਅਪਣਾਇਆ। ਤਾਂ ਬਾਹੂ ਜੀ ਨੇ ਕਹਿੰਦਾ ਜੀ ਦਿੱਲੀ ਦਾ ਇੱਕ ਬੰਦਾ ਸੀਗਾ ਸੈਯਦ ਅਬਦੁਲ ਰਹਿਮਾਨ, ਉਹਨੂੰ ਆਪਣਾ ਮੁਰਸ਼ਿਦ ਧਾਰਨ ਕੀਤਾ ਤੇ ਜਿੰਨੀਆਂ ਵੀ ਉਹ ਤੋਂ ਅਧਿਆਤਮਿਕ ਸਿੱਖਿਆ ਕੀ ਹੁੰਦੀ ਹੈ ਗ੍ਰਹਿਣ ਕੀਤੀ। ਠੀਕ ਹੈ ਜੀ, ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ, ਇਹ ਨਾਮ ਬਹੁਤ ਇੰਪੋਰਟੈਂਟ ਹੈ ਤੁਹਾਡੇ ਐਗਜ਼ਾਮ ਵਾਸਤੇ। ਨੈਕਸਟ ਗੱਲ ਕਰਦੇ ਹਾਂ ਰਾਜੇ, ਕਹਿੰਦਾ ਜੀ ਜਿਹੜੇ ਸੁਲਤਾਨ ਬਾਹੂ ਜੀ ਸੀਗੇ, ਕਹਿੰਦਾ ਜੀ ਅਰਬੀ ਫਾਰਸੀ ਦੇ ਚੰਗੇ ਵਿਦਵਾਨ ਸਨ ਤੇ ਕਹਿੰਦੇ ਜੀ ਫਾਰਸੀ ਵਾਰਤਕ ਵਿੱਚ ਆਪ ਜੀ ਨੇ 140 ਦੇ ਕਰੀਬ ਪੁਸਤਕਾਂ ਲਿਖੀਆਂ। ਇਹ ਪੁੱਛ ਸਕਦੇ ਰਾਜੇ ਕਿੰਨੀਆਂ ਟੋਟਲ ਆ, 140 ਪੁਸਤਕਾਂ ਲਿਖੀਆਂ ਜਿਹੜੀਆਂ ਕਿ ਸੂਫੀ ਸਿਧਾਂਤਾਂ ਦੀ ਕੀ ਕਰਦੇ ਨੇ, ਵਿਆਖਿਆ ਕਰਦੇ ਨੇ। ਤਾਂ ਇਹ ਸੂਫੀ ਕਾਵਿ ਦੇ ਵਿੱਚ ਲਿਖੀਆਂ ਗਈਆਂ ਰਾਜੇ ਸਾਰੀਆਂ। ਇਸ ਤੋਂ ਇਲਾਵਾ ਰਾਜੇ ਇਹਨਾਂ ਨੇ ਕਾਫੀਆਂ ਵੀ ਲਿਖੀਆਂ। ਤੁਹਾਨੂੰ ਮੈਂ ਦੱਸਿਆ ਵੀ ਜਿਹੜੀਆਂ ਕਾਫੀਆਂ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਕਿਹਨੇ ਲਿਖੀਆਂ ਸੀਗੀਆਂ, ਸ਼ਾਹ ਹੁਸੈਨ ਨੇ ਲਿਖੀਆਂ ਸੀ। ਇਹ ਕੁਐਸਚਨ ਆਇਆ ਤੁਹਾਡਾ ਪਟਵਾਰੀ ਮੇਨ ਪੇਪਰ ਦੇ ਵਿੱਚ ਵੀ ਆਇਆ ਤੇ ਪਿਛਲੇ ਤੋਂ ਪਿਛਲੇ ਸਾਲ ਐਕਸਾਈਜ਼ ਦੇ ਵਿੱਚ ਵੀ ਆਇਆ ਸੀਗਾ। ਇਹਨਾਂ ਨੇ ਕਹਿੰਦਾ ਜੀ ਆਪਣੀਆਂ ਕਾਫੀਆਂ ਵੀ ਲਿਖੀਆਂ, ਲੇਕਿਨ ਜਿਹੜੀਆਂ ਇਹਨਾਂ ਨੇ ਇੱਕ ਨਵੀਂ ਚੀਜ਼ ਲਿਖੀ ਹੈ। ਠੀਕ ਹੈ ਜੀ, 196 ਸ਼ਹੀਰ ਰਫੀਆਂ। ਠੀਕ ਹੈ ਜੀ, ਸ਼ਹੀਰ ਰਫੀਆਂ ਮਿਲਦੀਆਂ ਹਨ। ਠੀਕ ਹੈ, ਸ਼ਰਫੀਆਂ ਜਿਹਨੂੰ ਆਪਾਂ ਕਹਿ ਦਿੰਦੇ ਆ। ਠੀਕ ਹੈ ਜੀ, ਤਾਂ ਇਹ 196 ਇਹਨਾਂ ਦੀ ਉਹ ਮਿਲਦੀਆਂ, ਕਾਫੀਆਂ ਤਾਂ ਮਿਲਦੀਆਂ ਨਾਲ ਕੀ ਮਿਲਦੀਆਂ ਨੇ, 196 ਸ਼ਰਫੀਆਂ ਮਿਲਦੀਆਂ ਨੇ। ਠੀਕ ਹੈ ਜੀ, ਇਹ ਯਾਦ ਰੱਖ ਲਿਓ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਰਾਜੇ, ਕਹਿੰਦੇ ਜੀ ਜਿਹੜੀਆਂ ਇਹਨਾਂ ਦੀਆਂ ਰਚਨਾਵਾਂ ਹੁੰਦੀਆਂ ਰਾਜੇ, ਉਹਦੇ ਜਿਹੜੇ ਅਖੀਰ ਦੇ ਵਿੱਚ ਕਿਹੜਾ ਸ਼ਬਦ ਆਉਂਦਾ, ਹੂ ਸ਼ਬਦ ਆਉਂਦਾ। ਇਹ ਮਤਲਬ ਕਿ ਇਹਨਾਂ ਦੇ ਮਤਲਬ ਕਿ ਹਰੇਕ ਕਵੀ ਦਾ ਆਪਣਾ ਆਪਣਾ ਢੰਗ ਹੁੰਦਾ ਜਾਂ ਤਕੀਆ ਕਲਾਮ ਜਿਹਨੂੰ ਆਪਾਂ ਕਹਿੰਦੇ ਆ ਉਹ ਹੁੰਦਾ। ਤਾਂ ਇਹ ਐਂਡ ਦੇ ਵਿੱਚ ਕੀ ਬੋਲਦੇ ਆ, ਹੂ ਬੋਲਦੇ ਆ, ਹੂ ਸ਼ਬਦ। ਠੀਕ ਹੈ ਜੀ, ਜਿਸ ਨਾਲ ਕਹਿੰਦੇ ਜੀ ਕਵਿਤਾ ਦੇ ਵਿੱਚ ਇੱਕ ਸੰਗੀਤਿਕ ਲੈਅ ਆਉਂਦੀ ਹੈ। ਇਸੇ ਹੂ ਦੀ ਰਚਨਾ ਨਾਲ ਹੀ ਕਹਿੰਦੇ ਬਾਹੂ ਦੀ ਕਵਿਤਾ ਹੋਰ ਕਵੀਆਂ ਨਾਲੋਂ ਕੀ ਕੀਤੀ ਜਾਂਦੀ ਹੈ, ਨਖੇੜੀ ਜਾਂਦੀ ਹੈ। ਮਤਲਬ ਕਿ ਦੂਜਿਆਂ ਨਾਲੋਂ ਕੀ ਹੈ, ਵੱਖਰੀ ਹੁੰਦੀ ਹੈ। ਜਿਹੜੇ ਦੂਜੇ ਕਵੀ ਹੋਏ ਆ ਉਹਨਾਂ ਤੋਂ ਵੱਖਰੀ ਕਿਵੇਂ ਹੁੰਦੀ ਹੈ, ਕਿਉਂਕਿ ਇਹ ਹਰੇਕ ਤੁਕ ਦੇ ਅਖੀਰ ਦੇ ਵਿੱਚ ਕੀ ਸ਼ਬਦ ਲਾਉਂਦਾ, ਹੂ ਸ਼ਬਦ ਲਾਉਂਦਾ। ਠੀਕ ਹੈ ਜੀ, ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ, ਕਈ ਵਾਰੀ ਇਦਾਂ ਦੀ ਕੁਐਸਚਨ ਵੀ ਪੀਟੀਪਲਸ ਬੋਰਡ ਪੁੱਛ ਲੈਂਦਾ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਰਾਜੇ, ਕਹਿੰਦੇ ਜੀ ਜਿਹੜੇ ਇਹਨਾਂ ਦੇ ਪਿਤਾ ਜੀ ਸੀਗੇ ਉਹ ਝੰਗ ਦੇ ਇਲਾਕੇ ਦੇ ਇੱਕ ਚੰਗੇ ਜ਼ਿਮੀਂਦਾਰ ਸੀਗੇ। ਕਹਿਣ ਦਾ ਮਤਲਬ ਜੇ ਮੈਂ ਗੱਲ ਕਰਾਂ ਜਿੰਨੇ ਵੀ ਪੁਰਾਣੇ ਹੋਏ ਆ, ਚਾਹੇ ਮੈਂ ਤੁਹਾਨੂੰ ਸ਼ਾਹ ਹੁਸੈਨ ਪੜਾਇਆ, ਬਾਬਾ ਫਰੀਦ ਜੀ ਪੜਾਏ ਆ, ਉਹ ਹਮੇਸ਼ਾ ਕੀ ਇੱਕ ਸਾਦਾ ਜੀਵਨ ਬਤੀਤ ਕੀਤਾ ਹੈ। ਪਰ ਉਸਦੇ ਉਲਟ ਜਿਹੜਾ ਸੁਲਤਾਨ ਬਾਹੂ ਸੀਗਾ ਰਾਜੇ, ਉਹਦੇ ਜਿਹੜੇ ਫਾਦਰ ਸਾਹਿਬ ਸੀਗੇ ਚੰਗੇ ਜ਼ਿਮੀਂਦਾਰ ਸੀਗੇ, ਚੰਗਾ ਪੈਸਾ ਸੀਗਾ ਤੇ ਬਾਹੂ ਆਪ ਵੀ ਕਾਫੀ ਦੇਰ ਖੇਤੀ ਕਰਦਾ ਰਿਹਾ। ਤੇ ਕਹਿੰਦਾ ਜੀ ਆਮ ਸੂਫੀ ਫਕੀਰ ਤੋਂ ਉਲਟ ਉਹ ਬੜੀ ਸ਼ਾਨੋ ਸ਼ੌਕਤ ਨਾਲ ਰਹਿੰਦਾ ਸੀਗਾ। ਉਹ ਮਤਲਬ ਕਿ ਸਿੰਪਲ ਨਹੀਂ ਰਹਿੰਦਾ ਸੀਗਾ, ਸਧਾਰਨ ਨਹੀਂ ਰਹਿੰਦਾ ਸੀਗਾ, ਸ਼ਾਨੋ ਸ਼ੌਕਤ ਨਾਲ ਰਹਿੰਦਾ ਸੀਗਾ। ਉਹਦੀਆਂ 4 ਵਹੁਟੀਆਂ ਵੀ ਸੀਗੀਆਂ, 17 ਦਾਸੀਆਂ ਵੀ ਸੀਗੀਆਂ, ਮਤਲਬ ਕਿ ਰਾਜਾ ਵਾਂਗੂ ਰਹਿੰਦਾ ਸੀਗਾ। ਕਹਿਣ ਦਾ ਮਤਲਬ ਉਹ ਚਾਹੇ ਜ਼ਰੂਰ ਸੂਫੀ ਕਾਵ ਹੋਇਆ, ਸੰਤ ਹੋਇਆ, ਬਟ ਉਹ ਦੂਜਿਆਂ ਦੇ ਉਲਟ ਸੀਗਾ। ਠੀਕ ਹੈ ਜੀ, ਸਿੰਪਲ ਜੀਵਨ ਨਹੀਂ ਬਤੀਤ ਕੀਤਾ ਉਹਨਾਂ ਨੇ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਜਿਹੜੀ ਉਹਨਾਂ ਦੀ ਮੌਤ ਮੰਨੀ ਜਾਂਦੀ ਹੈ ਰਾਜੇ, ਉਹ ਮੰਨੀ ਜਾਂਦੀ ਹੈ ਦਿਨ ਸ਼ੁੱਕਰਵਾਰ। ਸ਼ੁੱਕਰਵਾਰ ਯਾਦ ਰੱਖਣ ਦੀ ਜ਼ਰੂਰਤ ਨਹੀਂ, ਜਸਟ ਤੁਹਾਨੂੰ ਨੌਲੇਜ ਵਾਸਤੇ ਮੈਂ ਦੱਸ ਰਿਹਾ। ਤਾਂ ਇਹ ਦੇਖੋ ਇੱਕ ਜਿਹੜਾ ਆਪਾਂ ਐਗਜ਼ਾਮ ਵਾਸਤੇ ਪੜ੍ਹਨਾ ਰਾਜੇ, ਉਹ ਤਾਂ ਆਪਾਂ ਆਹ ਡੇਟ ਪੜ੍ਹਨੀਆਂ ਨੇ। ਬਟ ਜਿਹੜੀਆਂ ਇਹਨਾਂ ਦੀ ਜਿਹੜੀ ਮੌਤ ਜਾਂ ਜਨਮ, ਚਾਹੇ ਬਾਬਾ ਫਰੀਦ ਜੀ ਲੈ ਲਓ, ਚਾਹੇ ਸ਼ਾਹ ਹੁਸੈਨ ਲੈ ਲਓ, ਇਹ ਹਿਜਰੀ ਦੇ ਵਿੱਚ ਲਿਖਦੇ ਆ। ਠੀਕ ਹੈ, ਮਤਲਬ ਕਿ ਇਹਨਾਂ ਦੀ ਆਪਦੀ ਭਾਸ਼ਾ ਹੈ, ਹਿਜਰੀ ਦੇ ਵਿੱਚ ਲਿਖਦੇ ਆ, ਜਿਵੇਂ 1102 ਹਿਜਰੀ। ਬਟ ਇਹ ਤੁਹਾਨੂੰ ਮੈਂ ਨੌਲੇਜ ਵਾਸਤੇ ਦੱਸ ਰਿਹਾ, ਤੁਸੀਂ ਐਗਜ਼ਾਮ ਵਾਸਤੇ ਨਹੀਂ ਪੜ੍ਹਨਾਗਾ। ਤਾਂ 1691 ਨੂੰ ਹੋਈ ਇਹਨਾਂ ਦੀ ਮੌਤ, ਤੁਹਾਨੂੰ ਮੈਂ ਦੱਸਿਆ ਰਾਜੇ। ਇਹਨਾਂ ਦੀ ਉਮਰ ਕੀ ਸੀ, ਲਗਭਗ 63 ਸਾਲ ਦੀ ਸੀ ਜਦੋਂ ਇਹਨਾਂ ਦੀ ਮੌਤ ਹੋਈ ਹੈ। ਤਾਂ ਦੇਖੋ ਬਸ ਇਹਨਾਂ ਬਾਰੇ ਬਸ ਪੁਆਇੰਟ ਟੂ ਪੁਆਇੰਟ ਪੜ੍ਹਨਾ, ਆਪਾਂ ਕੋਈ ਜ਼ਿਆਦਾ ਮਤਲਬ ਕਿ ਲੰਮਾ ਚੌੜਾ ਇਤਿਹਾਸ ਨਹੀਂ ਪੜ੍ਹਨਾ ਐਗਜ਼ਾਮ ਦੇ ਵਾਸਤੇ, ਕਿਉਂਕਿ ਕਾਫੀ ਸਾਰੇ ਕਵੀ ਨੇ, ਆਪਾਂ ਬਹੁਤ ਸਾਰੇ ਕਵੀ ਪੜ੍ਹਦੇ ਨੇ, ਤਾਂ ਆਪਾਂ ਨੂੰ ਯਾਦ ਰੱਖਣਾ ਵੀ ਔਖਾ ਹੋ ਜਾਊਗਾ। ਤਾਂ ਇਸ ਕਰਕੇ ਆਪਾਂ ਪੁਆਇੰਟ ਟੂ ਪੁਆਇੰਟ ਪੜ੍ਹ ਰਹੇ। ਇਹਨਾਂ ਦਾ ਆਪਾਂ ਜਨਮ ਪੜ੍ਹ ਲਿਆ, ਠੀਕ ਹੈ ਜੀ, ਇਹਨਾਂ ਦਾ ਗੁਰੂ ਪੜ੍ਹ ਲਿਆ, ਇਹਨਾਂ ਦੀ ਸੰਪਰਦਾ ਪੜ੍ਹ ਲਈ, ਇਹਨਾਂ ਦੀ ਰਚਨਾਵਾਂ ਪੜ੍ਹ ਲਈਆਂ, ਇਹਨਾਂ ਦੀ ਉਮਰ ਪੜ੍ਹ ਲਈ ਕਿੰਨੀ ਹੋਈ ਆ, ਬਸ ਇਹੀ ਚੀਜ਼ਾਂ ਤੁਹਾਨੂੰ ਪੁੱਛੀਆਂ ਜਾਣਗੀਆਂ। ਤਾਂ ਆਈ ਹੋਪ ਤੁਹਾਨੂੰ ਸੁਲਤਾਨ ਬਾਹੂ ਜੀ ਵੀ ਕਲੀਅਰ ਹੋ ਗਏ ਹੋਣਗੇ। ਤਾਂ ਆਪਾਂ ਹੁਣ ਤੱਕ ਕਿੰਨੇ ਪੜ੍ਹ ਚੁੱਕੇ ਹਾਂ ਰਾਜੇ, ਆਪਾਂ ਹੁਣ ਤੱਕ 3 ਪੜ੍ਹ ਚੁੱਕੇ ਹਾਂ। ਠੀਕ ਹੈ ਜੀ, ਬਾਬਾ ਫਰੀਦ ਜੀ, ਸ਼ਾਹ ਹੁਸੈਨ, ਸੁਲਤਾਨ ਬਾਹੂ। ਤਾਂ ਨੈਕਸਟ ਪੜ੍ਹਦੇ ਹਾਂ ਜੀ ਆਪਾਂ ਬੁੱਲੇ ਸ਼ਾਹ ਜੀ ਨੂੰ। ਠੀਕ ਹੈ ਜੀ, ਤਾਂ ਸੁਲਤਾਨ ਬਾਹੂ ਦੀ ਚਲੋ ਆਪਾਂ ਇੱਕ ਕਵਿਤਾ ਪੜ੍ਹਦੇ ਹਾਂ, ਕਿਉਂਕਿ ਕਵਿਤਾ ਤੁਹਾਨੂੰ ਮੈਂ ਤਾਂ ਪੜ੍ਹਦਾ ਹੁੰਦਾ, ਦੇਖੋ ਚੰਗੀਆਂ ਚੀਜ਼ਾਂ ਪੜ੍ਹਿਆ ਕਰੋ। ਚੰਗੀਆਂ ਚੀਜ਼ਾਂ ਤੋਂ ਇੱਕ ਤਾਂ ਦੇਖੋ ਆਤਮਾ ਨੂੰ ਸਕੂਨ ਮਿਲਦਾ ਹੈ। ਠੀਕ ਹੈ, ਆਤਮਾ ਨੂੰ ਵੀ ਖੁਰਾਕ ਦੇਣੀ ਚਾਹੀਦੀ ਹੈ। ਮਨ ਦੀ ਖੁਰਾਕ ਜਾਂ ਆਪਾਂ ਸਰੀਰ ਦੀ ਖੁਰਾਕ ਤਾਂ ਰੋਜ਼ ਹੀ ਖਾਂਦੇ ਰੋਟੀ, ਹੈ ਨਾ, ਪਰ ਆਤਮਾ ਦੀ ਖੁਰਾਕ ਕੀ ਹੈ, ਚੰਗੀ ਚੀਜ਼ਾਂ ਪੜ੍ਹਨੀਆਂ। ਕਹਿੰਦਾ ਜੀ ਅਲਫ ਅੱਲਾ ਚੰਬੇ ਦੀ ਬੂਟੀ। ਸ਼ਾਇਦ ਤੁਸੀਂ ਆਪਣਾ ਜਿਹੜੇ ਨੁਸਰਤ ਫਤਿਹ ਅਲੀ ਖਾਨ ਜੀ ਹੈਗੇ ਆ, ਤੁਸੀਂ ਸਾਰਿਆਂ ਨੇ ਉਹਨਾਂ ਨੂੰ ਸੁਣਿਆ ਹੋਊਗਾ, ਉਹਨਾਂ ਦਾ ਉਹਨਾਂ ਨੇ ਗਾਇਆ ਹੋਇਆ ਅਲਫ ਅੱਲਾ ਚੰਬੇ ਦੀ ਬੂਟੀ, ਮੁਰਸ਼ਦ ਮਨ ਵਿੱਚ ਲਾਈ ਹੂ। ਦੇਖੋ ਹੂ ਸ਼ਬਦ ਆ ਗਿਆ ਨਾ,
ਤਾਂ ਤੁਕ ਦੇ ਅਖੀਰ ਦੇ ਵਿੱਚ ਹਮੇਸ਼ਾ ਹੂ ਆਉਂਦਾ ਹੈ। ਤਾਂ ਹੂ ਤੋਂ ਆਪਾਂ ਨੂੰ ਕੀ ਪਤਾ ਲੱਗ ਗਿਆ ਜਿਹੜੀ ਇਹ ਰਚਨਾ ਹੈਗੀ ਕਿਹਦੀ ਹੈ, ਸੁਲਤਾਨ ਬਾਹੂ ਦੀ ਹੈ। ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਿਦ ਮਨ ਵਿੱਚ ਲਾਈ ਹੂ, ਨਫੀ ਇਸਬਾਤ ਦਾ ਪਾਣੀ ਮਿਲਿਆ ਹਰ ਰੱਗੇ ਹਰ ਜਾਈ ਹੂ। ਠੀਕ ਹੈ ਜੀ। ਅੰਦਰ ਬੂਟੀ ਮੁਸ਼ਕ ਮਚਾਇਆ ਜਾਂ ਫੁੱਲਨ ਤੇ ਆਈ ਹੂ, ਜੀਵੇ ਮੁਰਸ਼ਿਦ ਕਾਮਲ ਬਾਹੂ ਜੇ ਜੈ ਇਹ ਬੂਟੀ ਲਾਈ ਹੂ। ਦੇਖੋ ਹੂ ਸ਼ਬਦ ਆ ਰਿਹਾ, ਜਿੱਥੇ ਤੁਕ ਖਤਮ ਹੋ ਰਹੀ ਹੈ ਹੂ ਸ਼ਬਦ ਆ ਰਿਹਾ, ਤੇ ਰਚਨਾ ਕਿਹਦੀ, ਆਪਣੇ ਸੁਲਤਾਨ ਬਾਹੂ ਜੀ ਦੀ ਹੈ। ਤਾਂ ਆਈ ਹੋਪ ਤੁਹਾਨੂੰ ਇਹ ਤੁਸੀਂ ਇਹਨੂੰ ਇੰਜੋਏ ਕੀਤਾ ਹੋਊਗਾ। ਇਹ ਚੀਜ਼ ਤੁਸੀਂ ਜ਼ਰੂਰ ਪੜਿਆ ਕਰੋ, ਲਿਟਰੇਚਰ ਪੜਿਆ ਕਰੋ। ਤਾਂ ਗੱਲ ਕਰਦੇ ਹਾਂ ਜੀ ਆਪਾਂ ਨੈਕਸਟ ਆਪਾਂ ਬਾਬਾ ਬੁੱਲੇ ਸ਼ਾਹ ਜੀ ਬਾਰੇ। ਠੀਕ ਹੈ ਜੀ। ਇਹਨਾਂ ਦੇ ਅੱਗੇ ਆਪਾਂ ਬਾਬਾ ਸ਼ਬਦ ਲਾਉਣੇ ਆ ਹਨਾ। ਤਾਂ ਬੁੱਲੇ ਸ਼ਾਹ ਜੀ ਹੋ ਗਏ, ਬਾਬਾ ਫਰੀਦ ਜੀ ਹੋ ਗਏ, ਇਹਨਾਂ ਦੇ ਅੱਗੇ ਆਪਾਂ ਬਾਬਾ ਸ਼ਬਦ ਲਾਉਣੇ ਆ, ਕਿਉਂਕਿ ਇਹ ਕਾਫੀ ਮਹਾਨ ਸੰਤ ਵੀ ਹੋਏ ਆ, ਨਾਲ ਦੀ ਨਾਲ ਕਵੀ ਤਾਂ ਹੋਏ ਆ, ਸੰਤ ਵੀ ਹੋਏ ਆ। ਤਾਂ 1680 ਤੋਂ ਲੈ ਕੇ 1758 ਈਸਵੀ ਇਹਨਾਂ ਦਾ ਜੀਵਨ ਕਾਲ ਮੰਨਿਆ ਜਾਂਦਾ ਰਾਜੇ। ਠੀਕ ਹੈ ਜੀ। ਬਾਬਾ ਬੁੱਲੇ ਸ਼ਾਹ ਜੀ ਦਾ, ਤਾਂ ਬਾਬਾ ਬੁੱਲੇ ਸ਼ਾਹ ਜੀ ਦੀ ਦੇਖੋ ਓਰੀਜਨਲ ਪੇਂਟਿੰਗ ਤਾਂ ਕੋਈ ਮਿਲਦੀ ਨਹੀਂ, ਇਹ ਇੱਕ ਕਾਲਪਨਿਕ ਕਹਿ ਸਕਦੇ ਹਾਂ ਆਪਾਂ, ਕਿਸੇ ਪੇਂਟਰ ਦੁਆਰਾ ਬਣਾਈ ਗਈ ਹੈ ਤੇ ਕਾਲਪਨਿਕ ਹੈ। ਠੀਕ ਹੈ ਜੀ। ਇਹ ਯਾਦ ਰੱਖ ਲਿਓ। ਬਸ ਤੁਹਾਨੂੰ ਦਰਸ਼ਨ ਕਰਵਾਉਣ ਵਾਸਤੇ, ਜਸਟ ਮੈਂ ਤੁਹਾਨੂੰ ਮਨ ਦੇ ਵਿੱਚ ਬਿਠਾਉਣ ਵਾਸਤੇ, ਆਇਡੈਂਟੀਫਾਈ ਕਰਨ ਵਾਸਤੇ ਮੈਂ ਕੀ ਕਰਤਾ, ਤੁਹਾਨੂੰ ਇੱਥੇ ਫੋਟੋ ਦਿਖਾਤੀ। ਕਹਿੰਦੇ ਜੀ ਬੁੱਲੇ ਸ਼ਾਹ ਇੱਕ ਸੂਫੀ ਸੰਤ ਤੇ ਪੰਜਾਬੀ ਦੇ ਵੱਡੇ ਕਵੀ ਹੋਏ ਨੇ। ਠੀਕ ਹੈ ਜੀ। ਸੰਤ ਵੀ ਹੋਏ ਆ ਤੇ ਕਵੀ ਵੀ ਹੋਏ ਆ। ਪੰਜਾਬੀ ਸੂਫੀ ਕਵੀ ਦੇ ਆਪਾਂ ਚਾਰ ਮਨਾਰ ਮੰਨੇ ਜਾਂਦੇ। ਤੁਹਾਨੂੰ ਮੈਂ ਕਿਹਾ ਸੀਗਾ ਵੀ ਚਾਰ ਥੰਮ ਹੁੰਦੇ ਆ। ਕੌਣ ਥੰਮ ਨੇ? ਬਾਬਾ ਫਰੀਦ ਜੀ ਜਿਹੜੇ ਪਹਿਲੇ ਕਵੀ, ਜਿਹਨੂੰ ਪਤਾਮਾ ਵੀ ਕਹਿੰਦੇ ਆਪਾਂ, ਸ਼ਾਹ ਹੁਸੈਨ ਜੀ, ਸੁਲਤਾਨ ਬਾਹੂ ਤੇ ਬੁੱਲੇ ਸ਼ਾਹ। ਦੇਖੋ ਚਾਰ ਮਨਾਰ, ਚਾਰ ਥੰਮ ਮੰਨੇ ਜਾਂਦੇ ਸੂਫੀ ਕਾਵ ਦੇ, ਇਹ ਯਾਦ ਰੱਖ ਲਿਓ। ਅੱਗੇ ਗੱਲ ਕਰੀਏ ਰਾਜੇ, ਆਪਾਂ ਕਹਿੰਦੇ ਜੀ ਉਹਨਾਂ ਦਾ ਅਸਲੀ ਨਾਮ ਕੀ ਸੀਗਾ? ਅਬਦੁੱਲਾ ਸ਼ਾਹ। ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਹੈ, ਇੱਥੋਂ ਕੁਐਸਚਨ ਬਹੁਤ ਵਾਰੀ ਪੁੱਛਦੇ ਆ। ਠੀਕ ਹੈ ਜੀ। ਤਾਂ ਉਹਨਾਂ ਦਾ ਓਰੀਜਨਲ ਨਾਮ ਤੁਸੀਂ ਯਾਦ ਰੱਖਣਾ, ਅਬਦੁੱਲਾ ਸ਼ਾਹ ਸੀਗਾ ਉਹਨਾਂ ਦਾ ਨਾਮ। ਕਿਹਦਾ? ਬਾਬਾ ਬੁੱਲੇ ਸ਼ਾਹ ਜੀ ਦਾ। ਅਗਰ ਗੱਲ ਕਰੀਏ ਰਾਜੇ ਬੁੱਲੇ ਸ਼ਾਹ ਜੀ ਦਾ ਜਿਹੜਾ ਜਨਮ ਹੋਇਆ ਰਾਜੇ, ਲਾਹੌਰ ਦੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਪਾਂਡੋਕੇ। ਠੀਕ ਹੈ ਜੀ। ਤਾਂ ਪਾਂਡੋਕੇ ਦੇ ਵਿੱਚ 1680 ਈਸਵੀ ਦੇ ਵਿੱਚ ਸਖੀ ਮੁਹੰਮਦ ਦਰਵੇਸ਼, ਜਿਹਨੂੰ ਆਪਾਂ ਸਾਈਂ ਵੀ ਕਹਿ ਸਕਦੇ ਹਾਂ, ਸਖੀ ਵੀ ਕਹਿ ਸਕਦੇ ਹਾਂ, ਮਤਲਬ ਕਿ ਇਹਨਾਂ ਦੇ ਜਿਹੜੇ ਫਾਦਰ ਹੈਗੇ ਉਹ ਵੀ ਸੰਤੀ ਸੀਗੇ, ਤਾਂ ਸਖੀ ਦਰਵੇਸ਼ ਕਹਿ ਦਿੰਦੇ ਆ। ਸਖੀ ਮੁਹੰਮਦ ਦਰਵੇਸ਼ ਦੇ ਘਰ ਹੋਇਆ ਜਨਮ। ਠੀਕ ਹੈ ਜੀ। ਬਾਬਾ ਬੁੱਲੇ ਸ਼ਾਹ ਜੀ ਦਾ। ਇਸ ਤੋਂ ਗੱਲ ਕਰੀਏ ਆਪਾਂ ਨੈਕਸਟ, ਇਹਨਾਂ ਦੀ ਮਾਤਾ ਦਾ ਨਾਮ ਕਈ ਵਾਰੀ ਮਤਲਬ ਕਿ ਨਹੀਂ ਆਉਂਦਾ ਗਾ। ਉਹਦਾ ਕਾਰਨ ਕੀ ਹੈ? ਕਈ ਵਾਰੀ ਇਤਿਹਾਸ ਦੇ ਵਿੱਚ ਚੀਜ਼ਾਂ ਕੀ ਆ, ਮਿਲਦੀਆਂ ਨਹੀਂ ਗੀਆਂ। ਤਾਂ ਕਹਿੰਦਾ ਜੀ ਬੁੱਲੇ ਸ਼ਾਹ ਜੀ ਦਾ ਅਸਲੀ ਨਾਮ ਤੁਹਾਨੂੰ ਮੈਂ ਪੜ੍ਹਾਤਾ, ਅਬਦੁੱਲਾ ਸੀਗਾ, ਤੇ ਉਸ ਪਿੱਛੋਂ ਉਸਨੂੰ ਸਾਈਂ ਬੁੱਲੇ ਸ਼ਾਹ ਵੀ ਕਹਿੰਦੇ ਆਪਾਂ, ਬਾਬਾ ਬੁੱਲੇ ਸ਼ਾਹ ਵੀ ਕਹਿੰਦੇ, ਜਾਂ ਕੇਵਲ ਬੁੱਲਾ ਕਹਿ ਕੇ ਵੀ ਸੱਦਿਆ ਜਾਂਦਾ। ਤਾਂ ਇਹ ਬਾਬਾ ਬੁੱਲੇ ਸ਼ਾਹ ਜੀ ਦੇ ਨਾਮ ਨੇ ਰਾਜੇ, ਯਾਦ ਰੱਖ ਲਿਓ। ਓਰੀਜਨਲ ਨਾਮ ਵੀ ਜ਼ਰੂਰ ਯਾਦ ਰੱਖਣਾ ਤੁਹਾਡੇ ਐਗਜ਼ਾਮ ਵਾਸਤੇ। ਕਹਿੰਦੇ ਜੀ ਆਪਣੇ ਅਸਲ ਨਾਮ ਵੱਲ ਬੁੱਲੇ ਨੇ ਆਪਣੇ ਕਲਾਮ ਦੇ ਵਿੱਚ ਵੀ ਕਈ ਸੰਕੇਤ ਦਿੱਤੇ ਆ। ਤਾਂ ਕਹਿਣ ਦਾ ਮਤਲਬ ਉਹਨਾਂ ਨੇ ਆਪਣਾ ਜਿਹੜਾ ਅਸਲੀ ਨਾਮ ਹੈ ਇਤਿਹਾਸਕਾਰਾਂ ਨੂੰ ਕਿੱਥੋਂ ਮਿਲਿਆ? ਉਹਨਾਂ ਦੀ ਜਿਹੜੀਆਂ ਰਚਨਾਵਾਂ ਹੈਗੀਆਂ ਉੱਥੋਂ ਮਿਲਿਆ। ਤਾਂ ਉਹਨਾਂ ਦੀ ਰਚਨਾ ਇੱਕ ਹੈਗੀ ਹੈ, ਕਹਿੰਦੇ ਜੀ ਹੁਣ ਇਨ ਅੱਲਾਹ ਆਖ ਕੇ ਤੁਮ ਕਰੋ ਦੁਆਈ, ਪੀਆਂ ਹੋਈ ਸਭ ਹੋ ਗਿਆ ਅਬਦੁੱਲਾ ਨਹੀਂ। ਠੀਕ ਹੈ ਜੀ। ਆ ਦੇਖੋ ਅਬਦੁੱਲਾ ਸ਼ਬਦ ਆ ਰਿਹਾ ਨਾ, ਤਾਂ ਅਬਦੁੱਲਾ ਕੀ ਉਹ ਆਪਣਾ ਨਾਮ ਲੈ ਰਹੇ ਰਚਨਾ ਦੇ ਵਿੱਚ। ਤਾਂ ਇੱਥੋਂ ਪਤਾ ਲੱਗਦਾ ਕਿ ਜਿਹੜਾ ਉਹਨਾਂ ਦਾ ਓਰੀਜਨਲ ਨਾਮ ਹੈਗਾ ਉਹ ਅਬਦੁੱਲਾ ਸੀਗਾ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਰਾਜੇ ਉਹਨਾਂ ਦੇ ਬਾਰੇ। ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਰਾਜੇ, ਉਹ ਕਿਹੜੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀਗੇ? ਸੈਯਦ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀਗੇ। ਜਿਵੇਂ ਪਿੱਛੇ ਮੈਂ ਕਾਦਰੀ ਰੱਖਿਆ, ਇੱਥੇ ਸੈਯਦ ਰੱਖਤਾ। ਠੀਕ ਹੈ ਜੀ। ਤਾਂ ਯਾਦ ਰੱਖ ਲਿਓ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਕਹਿੰਦੇ ਜੀ ਇਹਨਾਂ ਨੇ ਵੀ ਆਪਣੀ ਜਿਹੜੀ ਮੁੱਢਲੀ ਸਿੱਖਿਆ ਹੈਗੀ ਰਾਜੇ, ਦੂਜੇ ਬਾਲਕਾਂ ਵਾਂਗੂ ਆਪਣੇ ਪਿਤਾ ਤੋਂ ਹੀ ਸਿੱਖੀ ਹੈ ਨਾ, ਆਪਣੇ ਪਿਤਾ ਪਾਸੋਂ ਸਿੱਖਿਆ ਲਈ। ਪਰ ਜੇ ਮੈਂ ਗੱਲ ਕਰਾਂ ਰਾਜੇ, ਕਹਿੰਦੇ ਜੀ ਵਾਰਿਸ ਸ਼ਾਹ ਦੇ ਵਾਂਗ ਬੁੱਲੇ ਸ਼ਾਹ ਨੂੰ ਵੀ ਘਰ ਵਾਲਿਆਂ ਦਾ ਸੁੱਖ ਨਸੀਬ ਨਹੀਂ ਹੋਇਆ, ਕਿਉਂਕਿ ਜਿਹੜੇ ਸੰਤ ਸੁਭਾਅ ਦੇ ਮਾਲਕ ਹੁੰਦੇ ਆ ਲੋਕ, ਉਹ ਘਰਾਂ ਦੇ ਵਿੱਚ ਜ਼ਿਆਦਾ ਦੇਰ ਨਹੀਂ ਤੱਕ ਟਿਕਦੇ, ਕਿਉਂਕਿ ਉਹਨਾਂ ਨੂੰ ਇੱਕ ਭੁੱਖ ਹੁੰਦੀ ਆ, ਜਿਹੜੀ ਅਸਲੀ ਭੁੱਖ ਕਾਦੀ ਭੁੱਖ? ਪਰਮੇਸ਼ਵਰ ਨੂੰ ਮਿਲਣ ਦੀ, ਅੰਦਰੋਂ ਨਾਲ ਜੁੜਨ ਦੀ। ਤਾਂ ਉਹ ਗ੍ਰਸਤੀ ਜੀਵਨ ਦੇ ਵਿੱਚ ਕਈ ਵਾਰ ਨਹੀਂ ਮਿਲਦੀ, ਇਸ ਕਰਕੇ ਇਹ ਵੀ ਘਰੇ ਜ਼ਿਆਦਾ ਦੇਰ ਨਹੀਂ ਰਹੇਗੇ। ਤਾਂ ਕਹਿੰਦੇ ਜੀ ਬੁੱਲੇ ਸ਼ਾਹ ਕਹਿੰਦੇ ਬਾਲਪੁਣੇ ਤੋਂ ਹੀ ਰੱਬ ਦਾ ਪਿਆਰਾ ਭਗਤ ਤੇ ਕਰਨੀ ਭਰਪੂਰ ਤੇ ਉੱਚ ਆਸ਼ਿਆ ਵਾਲਾ ਪ੍ਰਾਣੀ ਸੀਗਾ। ਤਾਂ ਕਹਿਣ ਦਾ ਮਤਲਬ ਫਕੀਰ ਕਿਸਮ ਦਾ ਬੰਦਾ ਸੀਗਾ ਬੁੱਲੇ ਸ਼ਾਹ। ਤਾਂ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਰਾਜੇ, ਇਹਨਾਂ ਦੇ ਗੁਰੂ ਦੀ ਗੱਲ ਕਰਦੇ ਆ, ਜਿਹੜਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ ਰਾਜੇ। ਇਹਨਾਂ ਨੇ ਕਹਿੰਦੇ ਜੀ ਮੁੱਢਲੀ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਕਸੂਰ ਆ ਗਏ। ਮੁੱਢਲੀ ਵਿਦਿਆ ਕਿੱਥੇ ਕੀਤੀ? ਲਾਹੌਰ ਵਿਖੇ ਪ੍ਰਾਪਤ ਕੀਤੀ, ਜਿੱਥੇ ਇਹਨਾਂ ਦਾ ਪਿੰਡ ਸੀਗਾ। ਤਾਂ ਉਸ ਤੋਂ ਬਾਅਦ ਕਿੱਥੇ ਆ ਗਏ ਰਾਜੇ? ਕਸੂਰ ਆ ਗਏ। ਕਸੂਰ ਆ ਕੇ ਇਹਨਾਂ ਦੀ ਇੱਕ ਮਤਲਬ ਕਿ ਮੁਲਾਕਾਤ ਹੁੰਦੀ ਆ ਆਪਣੇ ਗੁਰੂ ਦੇ ਨਾਲ। ਉਹ ਗੁਰੂ ਕੌਣ ਨੇ ਰਾਜੇ? ਅੱਗੇ ਅੱਗੇ ਮੈਂ ਦੱਸਦਾ ਤੁਹਾਨੂੰ। ਤਾਂ ਕਹਿੰਦੇ ਜੀ ਬੁੱਲੇ ਸ਼ਾਹ ਨੇ ਵਿਦਿਆ ਪ੍ਰਾਪਤੀ ਪਿੱਛੋਂ ਮੁਰਸ਼ਿਦ ਜਾਂ ਗੁਰੂ ਦੀ ਭਾਲ ਸ਼ੁਰੂ ਕੀਤੀ। ਤਾਂ ਉਹਨਾਂ ਨੂੰ ਕਹਿੰਦੇ ਜੀ ਮੁਰਸ਼ਿਦ ਦੀ ਤਲਾਸ਼ ਦੇ ਵਿੱਚ ਉਹ ਲਾਹੌਰ ਪੁੱਜਾ। ਠੀਕ ਹੈ ਜੀ। ਲਾਹੌਰ ਪੁੱਜ ਗਿਆ। ਠੀਕ ਹੈ ਜੀ। ਤਾਂ ਮਤਲਬ ਕਿ ਦੇਖੋ ਪਹਿਲਾਂ ਤਾਂ ਲਾਹੌਰ ਰਹਿੰਦੇ ਸੀਗੇ ਜਦੋਂ ਇਹਦੇ ਪਿਤਾ ਜੀ ਨਾਲ ਸੀਗੇ, ਤਾਂ ਉਸ ਤੋਂ ਬਾਅਦ ਇਹਦੇ ਪਿਤਾ ਜੀ ਕਿੱਥੇ ਆ ਗਏ? ਕਸੂਰ ਆ ਗਏ। ਤਾਂ ਕਸੂਰ ਰਹਿਣ ਲੱਗ ਗਏ। ਮਤਲਬ ਕਸੂਰ ਤੋਂ ਬਾਅਦ ਫਿਰ ਇਹਨਾਂ ਨੇ ਕੀ ਕੀਤਾ? ਆਪਣੇ ਗੁਰੂ ਦੀ ਭਾਲ ਕਰਨੀ ਸ਼ੁਰੂ ਕੀਤੀ। ਤਾਂ ਭਾਲ ਕਰਦੇ ਕਰਦੇ ਫਿਰ ਕਿੱਥੇ ਪਹੁੰਚ ਗਏ ਰਾਜੇ? ਲਾਹੌਰ ਪਹੁੰਚ ਗਏ। ਠੀਕ ਹੈ ਜੀ। ਤਾਂ ਉੱਥੇ ਇੱਕ ਇਹਨੇ ਕਹਿੰਦੇ ਜੀ ਉੱਥੋਂ ਦੇ ਕਹਿੰਦੇ ਜੀ ਪ੍ਰਸਿੱਧ ਪੀਰ ਹੋਏ ਨੇ ਅਨਾਇਤ ਸ਼ਾਹ। ਠੀਕ ਹੈ ਜੀ। ਕੌਣ ਹੋਏ ਨੇ? ਅਨਾਇਤ ਸ਼ਾਹ। ਉਹਨਾਂ ਨੂੰ ਕੀ ਕੀਤਾ? ਇਹਨਾਂ ਨੇ ਮੁਰਸ਼ਿਦ ਧਾਰਨ ਕੀਤਾ, ਜੋ ਕਿ ਜਾਤ ਦਾ ਅਰਾਈ ਸੀਗਾ। ਤਾਂ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਰਾਜੇ। ਉਹਦਾ ਕਾਰਨ ਕੀ ਹੈ? ਜਿਹੜਾ ਬੁੱਲੇ ਸ਼ਾਹ ਜੀ ਆ ਉਹ ਇੱਕ ਉੱਚੀ ਜਾਤੀ ਨਾਲ ਸੰਬੰਧ ਰੱਖਦੇ ਸੀਗੇ,
ਪਰ ਜਿਹੜੇ ਉਹਨਾਂ ਦੇ ਪੀਰ ਸੀਗੇ, ਮੁਰਸ਼ਿਦ ਸੀਗੇ, ਗੁਰੂ ਸੀਗੇ, ਉਹ ਇੱਕ ਛੋਟੀ ਜਾਤ, ਮਤਲਬ ਚਲੋ ਇਹ ਜਾਤ ਪਾਤ ਤਾਂ ਇਨਸਾਨਾਂ ਦੀਆਂ ਬਣਾਈਆਂ ਹੋਈਆਂ, ਇਹ ਤੁਹਾਨੂੰ ਪੜਾਉਣ ਵਾਸਤੇ ਮੈਨੂੰ ਦੱਸਣਾ ਪੈ ਰਿਹਾ, ਪਰ ਮੈਂ ਇਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ। ਪਰਮਾਤਮਾ ਨੇ ਸਭ ਨੂੰ ਇੱਕੋ ਜਿਹਾ ਬਣਾਇਆ, ਜਦੋਂ ਕੋਈ ਬੰਦਾ ਪੈਦਾ ਹੁੰਦਾ ਸਾਰੇ ਇੱਕੋ ਜਿਹੇ ਹੁੰਦੇ ਆ। ਤਾਂ ਕਹਿਣ ਦਾ ਮਤਲਬ ਅਨਾਇਤ ਸ਼ਾਹ ਜਿਹੜੇ ਸੀਗੇ ਉਹ ਇੱਕ ਛੋਟੀ ਜਾਤ ਨਾਲ ਸੰਬੰਧ ਰੱਖਦੇ ਸੀ। ਉਹ ਜਾਤ ਕਿਹੜੀ ਸੀਗੀ? ਅਰਾਈ। ਇਹ ਯਾਦ ਰੱਖਣਾ, ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਇੱਕ ਵਾਰੀ, ਠੀਕ ਹੈ ਜੀ। ਤਾਂ ਅਨਾਇਤ ਸ਼ਾਹ ਉਹਨਾਂ ਦੇ ਮੁਰਸ਼ਿਦ ਸੀਗੇ, ਤਾਂ ਅਰਾਈ ਦੇ ਨਾਲ ਉਹ ਸੰਬੰਧ ਰੱਖਦੇ ਸੀਗੇ। ਤੇ ਕਹਿੰਦੇ ਜੀ ਉਸ ਸਮੇਂ ਦੇ ਚੰਗੇ ਵਿਦਵਾਨ ਤੇ ਲੇਖਕ ਦੇ ਵਿੱਚ ਸੀਗੇ ਉਹ। ਕੌਣ? ਅਨਾਇਤ ਸ਼ਾਹ। ਇਹ ਹੁਣ ਮੈਂ ਤੁਹਾਨੂੰ ਸਟ੍ਰੈਸ ਦੇ ਕੇ ਕਿਉਂ ਵਧਾ ਰਿਹਾ, ਕਿਉਂਕਿ ਅੱਗੇ ਜਾ ਕੇ ਜਦੋਂ ਬੁੱਲੇ ਸ਼ਾਹ ਇਹਨਾਂ ਨੂੰ ਗੁਰੂ ਧਾਰਨ ਕਰਨਗੇ ਤਾਂ ਬੁੱਲੇ ਨੂੰ ਲੋਕ ਤਾਨੇ ਮੇਨੇ ਮਾਰਨਗੇ, ਬਟ ਬੁੱਲਾ ਕੀ ਕਰਦਾ ਫਿਰ? ਕਹਿੰਦਾ ਉਹ ਦੁਨੀਆ ਦੀ ਪਰਵਾਹ ਨਹੀਂ ਕਰਦਾਗਾ, ਠੀਕ ਹੈ। ਉਹ ਜਿਵੇਂ ਕਨਵਰ ਗਰੇਵਾਲ ਨੇ ਵੀ ਇੱਕ ਗਾਣਾ ਗਾਇਆ ਕਿ ਉਹ ਮਤਲਬ ਕਿ ਨੱਚਣ ਲੱਗ ਜਾਂਦਾ ਹੈ, ਨੱਚ ਕੇ ਆਪਣੇ ਪੀਰ ਨੂੰ ਮਨਾਉਂਦਾ, ਆਪਣੇ ਗੁਰੂ ਨੂੰ ਮਨਾਉਂਦਾ ਹੈ, ਤਾਂ ਉਹਨੂੰ ਦੁਨੀਆ ਦੀ ਪਰਵਾਹ ਨਹੀਂ ਹੁੰਦੀਗੀ। ਉਹ ਕਹਿ ਦਿੰਦੇ ਬੁੱਲਿਆ ਵੀ ਤੂੰ ਆ ਦੇਖੋ ਚੋਟੀ ਕੀਤੀ ਵੀ ਆ, ਔਰਤਾਂ ਵਾਲਾ ਭੇਸ ਪਾਇਆ ਹੋਇਆ, ਤਾਂ ਉਹਨੂੰ ਦੁਨੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹਨੂੰ ਸਿਰਫ ਆਪਣਾ ਮੁਰਸ਼ਿਦ ਪੀਰ ਦਿਖ ਰਿਹਾ ਹੁੰਦਾ, ਆਪਣਾ ਗੁਰੂ ਦਿਖ ਰਿਹਾ ਹੁੰਦਾ। ਤੋਂ ਅੱਗੇ ਜਾ ਕੇ ਪੜਾਉਣਾ ਕੀ ਕਾਰਨ ਬਣਦਾ, ਕਿਉਂ ਬੁੱਲਾ ਜਨਾਨੀਆਂ ਵਾਲੇ ਕੱਪੜੇ ਪਾਉਂਦਾ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਰਾਜੇ। ਇਸ ਤੋਂ ਬਾਅਦ ਕਹਿੰਦਾ ਜੀ ਬੁੱਲੇ ਸ਼ਾਹ ਨੇ, ਕਹਿੰਦੇ ਜੀ ਸ਼ਾਹ ਅਨਾਇਤ ਕਾਦਰੀ ਨੂੰ ਆਪਣਾ ਕੀ ਕੀਤਾ? ਗੁਰੂ ਧਾਰਨ ਕੀਤਾ, ਠੀਕ ਹੈ ਜੀ। ਤਾਂ ਕਹਿੰਦੇ ਜੀ ਕੇਵਲ ਜਿਹੜੀ ਬੁੱਲੇ ਦੀ ਭੈਣ ਸੀਗੀ ਉਹਨੂੰ ਸਹੀ ਅਰਥਾਂ ਵਿੱਚ ਸਮਝਦੀ ਸੀਗੀ। ਜਿਵੇਂ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਪੜ੍ਹੀ ਹੋਊਗੀ, ਗੁਰੂ ਨਾਨਕ ਦੇਵ ਜੀ ਜਦੋਂ ਵੇਈ ਨਦੀ ਦੇ ਵਿੱਚ ਅਲੋਪ ਹੋ ਜਾਂਦੇ ਆ ਤਾਂ ਸਾਰੇ ਕਹਿੰਦੇ ਆ ਵੀ ਨਾਨਕ ਉਸ ਟਾਈਮ, ਚਲੋ ਉਹਨਾਂ ਦੇ ਜਿਹੜੇ ਸਮਕਾਲੀ ਹੁੰਦੇ ਆ, ਆਪਾਂ ਤਾਂ ਜਦੋਂ ਰਿਸਪੈਕਟ ਵਜੋਂ ਬਾਬਾ ਨਾਨਕ ਜੀ ਆਖਦੇ ਆ, ਕਿਉਂਕਿ ਉਹ ਖੁਦ ਅਕਾਲ ਪੁਰਖ ਰੂਪ ਸੀਗੇ। ਤੇ ਉਹ ਕਹਿੰਦੇ ਨੇ ਨਾਨਕ ਜਿਹੜਾ ਹੈਗਾ ਉਹ ਰੁੜ ਗਿਆ, ਨਦੀ ਦੇ ਵਿੱਚ ਤਰ ਗਿਆ। ਪਰ ਜਿਹੜੇ ਉਹਨਾਂ ਦੇ ਸਿਸਟਰ ਹੁੰਦੇ ਬੇਬੇ ਨਾਨਕੀ ਜੀ, ਉਹਨਾਂ ਨੂੰ ਪਤਾ ਹੁੰਦਾ ਵੀ ਉਹ ਤਾਂ ਖੁਦ ਅਕਾਲ ਪੁਰਖ ਹੈ, ਉਹ ਕਿਵੇਂ ਰੁੜ ਸਕਦੇ ਆ। ਤੇ 3 ਦਿਨ ਬਾਅਦ ਫਿਰ ਕੀ ਉਹ ਪ੍ਰਗਟ ਹੁੰਦੇ ਆ। ਤਾਂ ਉਵੇਂ ਬੁੱਲੇ ਦੀ ਭੈਣ ਹੀ ਬੁੱਲੇ ਨੂੰ ਸਮਝਦੀ ਹੁੰਦੀ ਹੈ, ਕਿਉਂਕਿ ਉਹ ਆਪ ਖੁਦ ਕੀ ਹੁੰਦੀ ਹੈ? ਪੱਕੀ ਸੂਫੀ ਹੁੰਦੀ ਹੈ, ਠੀਕ ਹੈ ਜੀ। ਉਹ ਸਾਰੀ ਉਮਰ ਕੁਵਾਰੀ ਰਹਿੰਦੀ ਹੈ, ਕਿਉਂਕਿ ਉਹ ਵੀ ਕੀ ਕਰਦੀ ਹੈ? ਮੁਰਸ਼ਿਦ ਦੇ ਨਾਲ ਜੁੜੀ ਹੁੰਦੀ ਹੈ। ਤਾਂ ਕਹਿਣ ਦਾ ਮਤਲਬ ਉਹਦੀ ਭੈਣ ਹੀ ਉਹਨੂੰ ਸਮਝਦੀ ਹੁੰਦੀ ਹੈ, ਬਾਕੀ ਘਰ ਦੇ ਬੰਦੇ ਉਹਨੂੰ ਨਹੀਂ ਸਮਝਦੇ ਹੁੰਦੇ। ਤਾਂ ਕਹਿੰਦੇ ਜੀ ਅਨਾਇਤ ਸ਼ਾਹ ਪਹਿਲਾਂ ਕਸੂਰ ਦੇ ਵਿੱਚ ਰਹਿੰਦਾ ਸੀ। ਦੇਖੋ ਜਿਹੜੇ ਉਹਨਾਂ ਦੇ ਗੁਰੂ ਹੈਗੇ ਆ ਅਨਾਇਤ ਸ਼ਾਹ, ਉਹ ਪਹਿਲਾਂ ਕਸੂਰ 'ਚ ਰਹਿੰਦੇ ਸੀਗੇ, ਪਰ ਉੱਥੋਂ ਦੇ ਨਵਾਬ ਦੇ ਨਾਲ ਉਹਨਾਂ ਦੀ ਲੜਾਈ ਹੋ ਜਾਂਦੀ, ਤਾਂ ਕਰਕੇ ਉਹ ਕੀ ਆ ਜਾਂਦੇ? ਲਾਹੌਰ ਆ ਜਾਂਦੇ ਆ। ਤੇ ਤਾਂ ਹੀ ਬੁੱਲਾ ਦੇਖੋ ਲਾਹੌਰ ਆ ਕੇ ਉਹਨਾਂ ਨੂੰ ਮਿਲਦਾ। ਇਹ ਗੱਲ ਯਾਦ ਰੱਖਣੀ ਆ। ਬੁੱਲੇ ਸ਼ਾਹ ਨੂੰ ਜਦੋਂ ਉਹਨਾਂ ਦਾ ਮੁਰਸ਼ਿਦ ਮਿਲਿਆ ਸੀ ਰਾਜੇ, ਕਿੱਥੇ ਮਿਲਿਆ ਸੀ? ਲਾਹੌਰ ਵਿਖੇ ਮਿਲਿਆ ਸੀਗਾ, ਠੀਕ ਹੈ। ਇਹ ਵੀ ਚੀਜ਼ ਯਾਦ ਰੱਖਣੀ ਹੈ। ਇਸ ਤੋਂ ਬਾਅਦ ਗੱਲ ਕਰੀਏ ਰਾਜੇ, ਕਹਿੰਦੇ ਜੀ ਮੁਰਸ਼ਿਦ ਦੀ ਪ੍ਰਾਪਤੀ ਤੋਂ ਪਿੱਛੋਂ ਕਹਿੰਦੇ ਪੀਰ ਅਨਾਇਤ ਸ਼ਾਹ ਕਾਦਰੀ ਦੀ ਪ੍ਰੇਮ ਭਗਤੀ ਦੇ ਵਿੱਚ ਬੁੱਲਾ ਮਸਤ ਮਲੰਗ ਹੋ ਗਿਆ ਤੇ ਗਾਉਣ ਨੱਚਣ ਲੱਗ ਪਿਆ। ਤਾਂ ਦੇਖੋ ਕਨਵਰ ਗਰੇਵਾਲ ਨੇ ਗਾਣਾ ਗਾਇਆ ਨਾ, ਮਸਤ ਬਣਾ ਦੇਣਗੇ ਬੀਬਾ, ਠੀਕ ਹੈ। ਉਹਦਾ ਕਾਰਨ ਇਹੀ ਹੈ, ਠੀਕ ਹੈ ਜੀ। ਤਾਂ ਮੁਰਸ਼ਿਦ ਦੀ ਪ੍ਰਾਪਤੀ ਜਦੋਂ ਹੋ ਜਾਂਦੀ ਨਾ ਬੰਦੇ ਨੂੰ, ਫਿਰ ਦੁਨੀਆਦਾਰੀ ਦੀ ਪਰਵਾਹ ਨਹੀਂ ਰਹਿੰਦੀ। ਦੁਨੀਆ ਕੀ ਕਹਿੰਦੀ ਹੈ, ਚੰਗਾ ਮਾੜਾ ਜੋ ਮਰਜ਼ੀ ਕਹਿੰਦੀ ਹੈ, ਬਸ ਉਹਦੀ ਨਿਗਾਹ ਦੇ ਵਿੱਚ, ਖਸਮ ਦੀ ਨਿਗਾਹ ਦੇ ਵਿੱਚ ਆਪਾਂ ਸਹੀ ਹੋਣੇ ਚਾਹੀਦੇ ਆ। ਤਾਂ ਨੈਕਸਟ ਗੱਲ ਕਰਦੇ ਹਾਂ ਜੀ। ਉਸ ਤੋਂ ਬਾਅਦ ਕਹਿੰਦੇ ਜੀ ਪੀਰ ਨੇ ਰੱਬ ਦੀ ਪ੍ਰਾਪਤੀ ਲਈ ਉਸਨੂੰ ਇੰਨਾ ਸ਼ਬਦਾਂ ਵਿੱਚ ਸਿੱਖਿਆ ਦਿੱਤੀ, ਠੀਕ ਹੈ ਜੀ, ਜਿਹੜੇ ਉਹਦੇ ਗੁਰੂ ਸੀਗੇ, ਕਿ ਬੁੱਲਿਆ ਰੱਬ ਦਾ ਕੀ ਪਾਉਣਾ, ਠੀਕ ਹੈ, ਇਧਰੋਂ ਪੁੱਟਣਾ ਤੇ ਉਧਰ ਲਾਉਣਾ, ਠੀਕ ਹੈ ਜੀ। ਤਾਂ ਜਿਵੇਂ ਆਪਾਂ ਚਲੋ ਇਹਦੇ ਵਿੱਚ ਆਪਾਂ ਚਲੋ ਹੁਣ ਵਿਆਖਿਆ 'ਚ ਨਹੀਂ ਪੈਂਦੇ, ਤੁਹਾਡੇ ਐਗਜ਼ਾਮ ਵਾਸਤੇ ਇੰਨੀ ਇੰਪੋਰਟੈਂਟ ਨਹੀਂ ਹੈਗੀ, ਠੀਕ ਹੈ ਜੀ। ਤਾਂ ਇਸ ਕਰਕੇ ਬਸ ਜਸਟ ਮੈਂ ਕਹਿਣ ਦਾ ਮਤਲਬ ਕਿ ਉਹਨੂੰ ਸਮਝਾ ਰਹੇ ਨੇ, ਬੁੱਲੇ ਨੂੰ ਕੌਣ ਸਿੱਖਿਆ ਦੇ ਰਹੇ ਨੇ? ਉਹਦੇ ਜਿਹੜੇ ਪੀਰ ਆ ਅਨਾਇਤ ਸ਼ਾਹ। ਤਾਂ ਕਹਿੰਦੇ ਜੀ ਹੁਣ ਬੁੱਲਾ ਸ਼ਾਹ ਮਸਤ ਫਕੀਰ ਬਣ ਚੁੱਕਿਆ ਸੀਗਾ। ਉਹ ਦੁਨੀਆ ਜਾਂ ਦੁਨੀਆ ਦੇ ਲੋਕਾਂ ਦੀ ਸਾਕਾਂ ਸੰਬੰਧੀਆਂ ਜਾਂ ਭਾਈਚਾਰੇ ਦੀ ਤਾਨੇ ਮੇਰਿਆਂ ਦੀ ਕੋਈ ਵੀ ਚਿੰਤਾ ਨਹੀਂ ਕਰਦਾ ਸੀ, ਉਹਨੂੰ ਕੁਝ ਨਹੀਂ ਪਤਾ ਸੀ। ਤਾਂ ਤੁਹਾਨੂੰ ਵੀ ਬੇਟੇ ਕਈ ਵਾਰੀ ਲੋਕ ਤਾਨੇ ਮਾਰਦੇ ਹੋਣਗੇ, ਤੁਹਾਡੇ ਆਸੇ-ਪਾਸੇ ਵਾਲੇ, ਵੀ 5 ਸਾਲ ਹੋ ਗਏ ਤਿਆਰੀ ਕਰਦੇ ਨੂੰ, ਕੁਝ ਨਹੀਂ ਬਣਿਆ, ਤੇਰਾ ਕੁਝ ਨਹੀਂ ਬਣਨਾਗਾ, ਤੂੰ ਬਾਹਰ ਚਲਾ ਜਾ, ਫਲਾਨਾ ਹੋ ਜਾ। ਤਾਂ ਹਮੇਸ਼ਾ ਫਕੀਰ ਬਣੇ ਰਹੋ, ਠੀਕ ਹੈ। ਆਪਣੇ ਮਨ ਦੀ ਸੁਣੋ। ਦੇਖੋ ਮੈਂ ਨਾ ਤੁਹਾਨੂੰ ਕਹਿਣਾ ਹੁੰਦਾ, ਹੁਣ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ। ਹੁਣ ਮੰਨ ਲਓ ਆਪਾਂ 70% ਮਿਹਨਤ ਕਰ ਰਹੇ ਹਾਂ, ਪਰਮਾਤਮਾ ਨੇ ਨੌਕਰੀ ਦਿੱਤੀ ਜਾਂ ਨਹੀਂ ਦਿੱਤੀ, ਠੀਕ ਆ, ਉਹ ਵੱਖਰੀ ਗੱਲ ਹੈ। ਹੁਣ ਪਰ ਜੇ ਆਪਾਂ ਮਿਹਨਤ ਨਹੀਂ ਕਰਾਂਗੇ, ਜਦੋਂ ਆਪਾਂ ਬੁਢਾਪੇ 'ਚ ਚਲੇ ਜਾਵਾਂਗੇ, ਆਪਾਂ ਬੁੱਢੇ ਹੋ ਜਾਾਂਗੇ, ਆਪਾਂ ਮਨ 'ਚ ਸੋਚਾਂਗੇ ਯਾਰ ਜੇ ਮੈਂ ਜਵਾਨੀ ਟਾਈਮ ਮਿਹਨਤ ਕਰ ਲੈਂਦਾ ਸ਼ਾਇਦ ਮੇਰੀ ਨੌਕਰੀ ਲੱਗ ਜਾਂਦੀ। ਪਰ ਜੇ ਆਪਾਂ ਮਿਹਨਤ ਕੀਤੀ ਹੋਊਗੀ, ਨੌਕਰੀ ਨਾ ਵੀ ਲੱਗੇ, ਪਰ ਆਪਾਂ ਨੂੰ ਕਦੇ ਰਿਗਰੈਟ ਨਹੀਂ ਹੋਊਗਾ, ਪਛਤਾਵਾ ਨਹੀਂ ਹੋਊਗਾ ਵੀ ਯਾਰ ਮੈਂ ਮਿਹਨਤ ਨਹੀਂ ਕੀਤੀ। ਆਪਾਂ ਕਹਾਂਗੇ ਯਾਰ ਇਸ ਤਾਂ ਬਹੁਤ ਮਿਹਨਤ ਕੀਤੀ ਸੀ, ਚਲੋ ਪਰਮਾਤਮਾ ਨੇ ਸਾਡੇ ਕਰਮਾਂ 'ਚ ਕੁਝ ਹੋਰ ਲਿਖਿਆ ਸੀਗਾ, ਤਾਂ ਰੋਟੀ ਤਾਂ ਸਭ ਨੂੰ ਮਿਲ ਰਹੀ ਹੈ। ਤਾਂ ਕਹਿਣ ਦਾ ਮਤਲਬ ਫਕੀਰ ਬਣਨਾ ਪੈਂਦਾ ਰਾਜੇ। ਦੁਨੀਆਦਾਰੀ ਤਾਂ ਇਦਾਂ ਦੀ ਹੈ, ਦੁਨੀਆ ਤਾਂ ਦੇਖੋ ਤਾਨੇ ਦੋਨੇ ਪਾਸੇ ਮਾਰਦੀ ਹੈ। ਹੁਣ ਜੇ ਮੰਨ ਲਓ ਤੁਸੀਂ ਇੰਨੀ ਮਿਹਨਤ ਕਰਕੇ ਕਲਰਕ ਲੱਗ ਜਾਓਗੇ, ਕਹਿਣਗੇ ਲੈ ਕੀ ਬਣਿਆ, ਇੰਨਾ ਪੜਿਆ ਸੀਗਾ ਕਲਰਕ ਲੱਗਿਆ। ਜੇ ਨਹੀਂ ਲੱਗੂਗਾ ਕਹਿਣਗੇ ਘਰੇ ਧੱਕਾ ਵਿਹਲਾ ਧੱਕੇ ਖਾਂਦੇ ਫਿਰਦਾ। ਤਾਂ ਦੁਨੀਆ ਤਾਂ ਦੇਖੋ ਕਦੇ ਖੁਸ਼ ਨਹੀਂ ਹੁੰਦੀਗੀ, ਠੀਕ ਹੈ। ਜੇ ਤੁਸੀਂ ਹੁਣ ਮੰਨ ਲਓ ਵੱਡੀ ਪੋਸਟ ਤੇ ਲੱਗ ਜਾਓਗੇ, ਕਹਿਣਗੇ ਲੈ ਪੱਕਾ ਇਹਨੇ ਪੈਸੇ ਦਿੱਤੇ ਹੋਣੇ ਤਾਂ ਹੀ ਲੱਗਿਆ। ਤਾਂ ਦੁਨੀਆ ਤਾਂ ਯਾਰ ਕਿਸੇ ਪਾਸੇ ਨਹੀਂ ਛੱਡ ਦੇਗੀ। ਤਾਂ ਸਿਆਣਿਆਂ ਨੇ ਐਵੇਂ ਥੋੜੀ ਕਿਹਾ ਕਿ ਆਰੀ ਨੂੰ ਦੰਦੇ ਇੱਕ ਪਾਸੇ ਆ ਤੇ ਜਹਾਨ ਨੂੰ ਦੋਨੇ ਪਾਸੇ ਆ। ਜਹਾਨ ਕਿਸੇ ਪਾਸੇ ਨਹੀਂ ਛੱਡਦਾ ਰਾਜੇ, ਕਿਸੇ ਦੀ ਪਰਵਾਹ ਨਾ ਕਰਿਆ ਕਰੋ। ਪਰਵਾਹ ਸਿਰਫ ਤੁਹਾਨੂੰ ਆਪਣੇ ਆਪ ਦੀ ਹੋਣੀ ਚਾਹੀਦੀ ਹੈ, ਆਪਣੇ ਮਾਂ-ਬਾਪ ਦੀ ਹੋਣੀ ਚਾਹੀਦੀ ਹੈ, ਕਿਉਂਕਿ ਰੱਬ ਦਾ ਦੂਜਾ ਰੂਪ ਕੌਣ ਨੇ? ਸਾਡੇ ਮਾਂ-ਬਾਪ। ਜੇ ਤੁਹਾਡੇ ਮਾਂ-ਬਾਪ ਖੁਸ਼ ਨਹੀਂ ਤੁਹਾਡੇ ਤੋਂ, ਤਾਂ ਫਿਰ ਤੁਹਾਨੂੰ ਰੱਬ ਦੀ ਭਗਤੀ ਕਰਨ ਨਾਲ ਵੀ ਕੁਝ ਨਹੀਂ ਮਿਲਣ ਵਾਲਾ। ਤਾਂ ਮਾਂ-ਬਾਪ ਹੀ ਰੱਬ ਹੁੰਦੇ, ਆਪਣੇ ਘਰ ਦੇ ਵਿੱਚ ਹੀ ਰੱਬ ਹੁੰਦਾ ਰਾਜੇ, ਠੀਕ ਹੈ। ਤਾਂ ਕਹਿਣ ਦਾ ਮਤਲਬ ਬੁੱਲਾ ਫਕੀਰ ਬਣ ਗਿਆ ਸੀ, ਉਹਨੇ ਰੱਬ ਨੂੰ ਪਾਲਿਆ ਸੀ, ਉਹਨੂੰ ਕਿਸੇ ਵੀ ਤਾਨੇ ਮੇਨਿਆਂ ਦੀ ਕੋਈ ਚਿੰਤਾ ਨਹੀਂ ਸੀਗੀ, ਠੀਕ ਹੈ ਜੀ।
ਤਾਂ ਕਹਿੰਦਾ ਜੀ ਬੁੱਲਾ ਜਿਹੜਾ ਹੈਗਾ ਸੀ ਉਹ ਸੈਯਦ ਘਰਾਣੇ ਨਾਲ ਸੰਬੰਧ ਰੱਖਦਾ ਸੀਗਾ ਤੇ ਉਹਨੇ ਅਰਾਈ ਜਾਤ ਦੇ ਜਿਹੜੇ ਦਰਵੇਸ਼ ਸੀਗੇ ਅਨਾਇਤ ਸ਼ਾਹ ਉਹਨੂੰ ਗੁਰੂ ਬਣਾ ਲਿਆ ਸੀਗਾ। ਤੇ ਜਿਸ ਕਰਕੇ ਜਿਹੜੇ ਉਹਦੇ ਸਾਕ ਸੰਬੰਧੀ ਸੀਗੇ ਉਹ ਚਰਚਾ ਛਿੜਪੀ, ਕਹਿੰਦੇ ਵੀ ਬੁੱਲੇ ਨੇ ਬਹੁਤ ਗਲਤ ਕੰਮ ਕੀਤਾ ਹਨਾ। ਉਹਦੇ ਮਾਪਿਆਂ ਨੂੰ ਕਹਿਣ ਲੱਗੇ ਯਾਰ ਇਹ ਤਾਂ ਬਹੁਤ ਗਲਤ ਆ, ਚਾਚੇ ਤਾਏ ਜਿਹੜੇ ਸੀਗੇ ਭੈਣ ਭਰਜਾਈਆਂ ਉਹਦੇ ਆਲੇ ਦੁਆਲੇ ਕਹਿਣ ਲੱਗੇ, ਉਹਨੂੰ ਬੁਰਾ ਭਲਾ ਕਹਿਣ ਲੱਗੇ ਵੀ ਇਹ ਦੇਖ ਲੈ ਵੀ ਨੀਵੀਂ ਜਾਤ ਵਾਲੇ ਬੰਦੇ ਨਾਲ ਕੀ ਕਰਦਾ, ਸੰਬੰਧ ਰੱਖਦਾ ਫਿਰਦਾ। ਠੀਕ ਹੈ ਜੀ। ਪਰ ਉਹਨੂੰ ਦੇਖੋ ਕੋਈ ਪਰਵਾਹ ਨਹੀਂ ਸੀਗੀ ਕਿਉਂਕਿ ਉਹ ਰੱਬ ਨੂੰ ਕੀ ਕਰ ਚੁੱਕਿਆ ਸੀਗਾ, ਪਾ ਚੁੱਕਿਆ ਸੀਗਾ। ਤਾਂ ਕਹਿੰਦਾ ਜੀ ਬੁੱਲੇ ਸ਼ਾਹ ਇਸ ਕਾਫੀ ਦੇ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਦਾ। ਤਾਂ ਬੁੱਲੇ ਸ਼ਾਹ ਨੇ ਆਪਣੇ ਇੱਕ ਕਾਫੀ ਦੇ ਵਿੱਚ ਵੀ ਲਿਖਿਆ ਵੀ ਲੋਕ ਉਹਨੂੰ ਤਾਨੇ ਮੈਨੇ ਕਿਵੇਂ ਮਾਰਦੇ ਸੀਗੇ। ਤਾਂ ਉਹ ਕਾਫੀ ਇਦਾਂ ਹੀ ਆ, ਕਹਿੰਦਾ ਬੁੱਲੇ ਨੂੰ ਸਮਝਣ ਆਈਆਂ ਭੈਣਾਂ ਤੇ ਭਰਜਾਈਆਂ, ਬੁੱਲੇ ਨੂੰ ਸਮਝਣ ਆਈਆਂ ਭੈਣਾਂ ਤੇ ਭਰਜਾਈਆਂ, ਆਲ ਨਬੀ ਔਲਾਦ ਅਲੀ ਦੀ, ਬੁੱਲਿਆ ਤੂੰ ਕਿਉਂ ਲੀਕਾਂ ਲਾਈਆਂ, ਮੰਨ ਲੈ ਬੁੱਲਿਆ ਸਾਡਾ ਕਹਿਣਾ, ਛੱਡ ਦੇ ਪੱਲਾ ਰਾਈਆਂ। ਤਾਂ ਕਹਿੰਦਾ ਮਤਲਬ ਉਹਦੀਆਂ ਭੈਣਾਂ ਭਰਜਾਈਆਂ ਸਾਰੇ ਸਮਝਾਉਂਦੇ ਆ ਭਰਾਵਾ ਤੂੰ ਕਿਉਂ ਉਹਦੇ ਚੱਕਰਾਂ 'ਚ ਪਿਆ ਹੈ, ਉਹ ਤੈਨੂੰ ਕੁਛ ਨਹੀਂ ਦਊਗਾ, ਤੈਨੂੰ ਫਕੀਰ ਬਣਾਈ ਫਿਰਦਾ, ਤੂੰ ਦੁਨੀਆਦਾਰੀ 'ਚ ਆ ਜਾ, ਤੇਰੇ ਘਰੇ ਆ ਜਾ ਵਾਪਸ। ਉਹਨੂੰ ਕਹਿ ਦਿੰਦੇ ਪੱਲਾ ਛੱਡ ਦੇ ਰਾਈਆਂ ਦਾ। ਤੈਨੂੰ ਦੱਸਿਆ ਨਾ ਮੈਂ ਅਰਾਈ ਜਾਤ ਨਾਲ ਸੰਬੰਧ ਸੀਗਾ ਉਹਦਾ ਜਿਹੜਾ ਅਨਾਇਤ ਸ਼ਾਹ ਸੀਗਾ। ਤਾਂ ਕਹਿਣ ਦਾ ਮਤਲਬ ਬੁੱਲੇ ਸ਼ਾਹ ਨੇ ਆਪਣੀ ਇੱਕ ਕਾਫੀ ਦੇ ਵਿੱਚ ਵੀ ਉਹ ਚਰਚਾ ਕੀਤੀ ਆ ਵੀ ਕਿਵੇਂ ਉਹਦੇ ਨਾਲ ਜੀਵਨ ਦੇ ਵਿੱਚ ਵਾਪਰ ਰਿਹਾ। ਤਾਂ ਇਸ ਤੋਂ ਬਾਅਦ ਕਹਿੰਦੇ ਜੀ ਬੁੱਲਾ ਜਿਹੜਾ ਹੈਗਾ ਉਹ ਆਪਣੀ ਮੰਜ਼ਿਲ ਤੇ ਪਹੁੰਚ ਚੁੱਕਾ ਸੀਗਾ, ਉਹਨੇ ਆਪਣੇ ਮੁਰਸ਼ਿਦ ਨੂੰ ਪਾ ਲਿਆ ਸੀਗਾ। ਠੀਕ ਹੈ ਜੀ। ਉਹਨੂੰ ਨਾ ਤਾਂ ਹੁਣ ਸ਼ੋਹਰਤ ਦੀ ਪਰਵਾਹ ਸੀਗੀ, ਨਾ ਕੋਈ ਫਿਕਰ ਸੀਗਾ, ਨਾ ਕੋਈ ਬੇਇੱਜ਼ਤੀ ਮਹਿਸੂਸ ਹੁੰਦੀ ਸੀ। ਕਹਿਣ ਦਾ ਮਤਲਬ ਉਹਨੂੰ ਕੋਈ ਚਿੰਤਾ ਨਹੀਂ ਸੀਗੀ। ਤਾਂ ਕਹਿੰਦਾ ਜੀ ਉਹਨੂੰ ਕੋਈ ਸੈਯਦ ਹੋਣ ਦਾ ਮਾਣ ਵੀ ਨਹੀਂ ਸੀਗਾ ਕਿ ਮੈਂ ਉੱਚ ਜਾਤ ਨਾਲ ਸੰਬੰਧ ਰੱਖਦਾ, ਨਾ ਹੀ ਉਹਨੂੰ ਕੋਈ ਛੋਟੀ ਜਾਤ ਨਾਲ ਹੋਣ ਦਾ ਕੋਈ ਮਤਲਬ ਕਿ ਫਕਰ ਸੀਗਾ ਜਾਂ ਕੋਈ ਪਛਤਾਵਾ ਸੀਗਾ। ਤਾਂ ਕਹਿਣ ਦਾ ਮਤਲਬ ਉਹ ਕੀ ਸੀਗਾ, ਰੱਬ ਨੂੰ ਪਾ ਚੁੱਕਿਆ ਸੀਗਾ। ਤਾਂ ਕਹਿੰਦਾ ਜੀ ਜਿਹੜਾ ਸਾਨੂੰ ਸੈਯਦ ਆਖੀ ਦੋਜਖ ਮਿਲਨ ਸਾਈਆਂ, ਕਹਿਣ ਦਾ ਮਤਲਬ ਕੀ ਹੈ ਕਿ ਬੁੱਲਾ ਉਲਟ ਕਹਿਣ ਲੱਗ ਗਿਆ ਸੀ। ਕਹਿੰਦਾ ਜੇ ਤੁਸੀਂ ਮੈਨੂੰ ਉੱਚੀ ਜਾਤ ਦਾ ਆਖੋਗੇ ਨਾ ਤੁਹਾਨੂੰ ਨਰਕ ਮਿਲੂਗਾ। ਦੋਜਖ ਕਹਿੰਦੇ ਆ ਮੁਸਲਿਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਆ ਜਾਂ ਉਰਦੂ ਭਾਸ਼ਾ ਦੇ ਵਿੱਚ ਕਹਿ ਦਿੰਦੇ ਨਰਕ ਨੂੰ। ਤਾਂ ਕਹਿੰਦਾ ਜਿਹੜਾ ਮੈਨੂੰ ਸੈਯਦ ਆਖੂਗਾ, ਉੱਚੀ ਜਾਤ ਦਾ ਆਖੂਗਾ, ਉਹਨੂੰ ਕੀ ਮਿਲੂਗਾ, ਨਰਕ ਮਿਲੂਗਾ। ਤੇ ਜਿਹੜਾ ਸਾਨੂੰ ਕਹਿੰਦਾ ਜਿਹੜਾ ਸਾਨੂੰ ਅਰਾਈ ਆਖੇ ਪਿਸਤੀ ਪੀਂਘਾਂ ਪਾਈਆਂ, ਤਾਂ ਕਹਿਣ ਦਾ ਮਤਲਬ ਜਿਹੜਾ ਸਾਨੂੰ ਅਰਾਈ ਆਖੂਗਾ ਨਾ ਤਾਂ ਉਹਨੂੰ ਚਲੋ ਕਹਿੰਦਾ ਜੀ ਉਹਦਾ ਚੰਗਾ ਹੀ ਭਲਾ ਹੀ ਹੋਊਗਾ। ਤਾਂ ਕਹਿਣ ਦਾ ਮਤਲਬ ਇਹ ਚੀਜ਼ਾਂ ਬੁੱਲੇ ਸ਼ਾਹ ਨੇ ਲਿਖੀਆਂ ਹੋਈਆਂ। ਜੇ ਤੂੰ ਲੋੜੇ ਬਾਗ ਬਹਾਰਾਂ ਬੁੱਲਿਆ, ਕਹਿੰਦਾ ਤਲਾਬ ਹੋ ਜਾ ਰਾਈਆਂ। ਠੀਕ ਹੈ ਜੀ। ਤਾਂ ਇਹ ਇਹਦੀਆਂ ਮਤਲਬ ਕਿ ਕਾਫੀਆਂ ਨੇ ਦੇਖਣ ਨੂੰ ਮਿਲਦਾ, ਜੋ ਉਹ ਆਪਾਂ ਪੜ੍ਹ ਰਹੇ ਹਾਂ ਉਹਦੀ ਕਾਫੀਆਂ ਦੇ ਵਿੱਚ ਵੀ ਇਹ ਚੀਜ਼ਾਂ ਦਾ ਜ਼ਿਕਰ ਆਉਂਦਾ। ਤਾਂ ਨੈਕਸਟ ਆਪਾਂ ਦੇਖਦੇ ਹਾਂ ਰਾਜੇ, ਹੁਣ ਬੁੱਲੇ ਸ਼ਾਹ ਦਾ ਇੱਕ ਵਾਰੀ ਵਿਛੋੜਾ ਪੈ ਜਾਂਦਾ। ਹੁਣ ਜਿਹੜਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਉਹਨੇ ਨੱਚ ਕੇ ਮਨਾਇਆ, ਆਪਣੇ ਪੀਰ ਨੂੰ ਮਨਾਇਆ, ਜਨਾਨੀਆਂ ਵਾਲੇ ਕੱਪੜੇ ਪਾਲੇ, ਜਨਾਨੀਆਂ ਵਾਲਾ ਭੇਸ ਕਰ ਲਿਆ, ਉਹਦਾ ਕਾਰਨ ਕੀ ਸੀਗਾ। ਹੁਣ ਇਹ ਚਾਹੇ ਤੁਸੀਂ ਕੋਈ ਵੀ ਗ੍ਰੰਥ ਪੜ੍ਹ ਲਓ, ਚਾਹੇ ਤੁਸੀਂ ਕੁਰਾਨ ਸ਼ਰੀਫ ਪੜ੍ਹ ਲਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੜ੍ਹ ਲਓ, ਜਾਂ ਤੁਸੀਂ ਕੀ ਪੜ੍ਹ ਲਓ ਆਪਣਾ ਹਿੰਦੂ ਵੇਦ ਪੜ੍ਹ ਲਓ, ਕੁਛ ਵੀ ਪੜ੍ਹ ਲਓ ਹਨਾ, ਗੀਤਾ ਪੜ੍ਹ ਲਓ ਹਨਾ, ਆਪਣਾ ਜਿਹੜਾ ਪਵਿੱਤਰ ਗ੍ਰੰਥ ਹੈ ਹਿੰਦੂ ਭਾਈਚਾਰੇ ਦਾ। ਤਾਂ ਜਿਹੜਾ ਆਪਣਾ ਪ੍ਰਮਾਤਮਾ ਹੈਗਾ ਰਾਜੇ ਉਹਨੂੰ ਆਪਾਂ ਖਸਮ ਮੰਨਦੇ ਹਾਂ। ਖਸਮ ਕੌਣ ਹੁੰਦਾ ਹੈ, ਜਿਵੇਂ ਆਪਾਂ ਲੇਡੀਜ਼ ਨੂੰ ਕਹਿ ਦਿੰਦੇ ਤੇਰਾ ਖਸਮ, ਪਤੀ, ਪਰਮੇਸ਼ਵਰ। ਤਾਂ ਆਪਣਾ ਜਿਹੜਾ ਪਰਮੇਸ਼ਵਰ ਜਿਹੜਾ ਹੈਗਾ ਆਪਣਾ ਖਸਮ ਹੈ, ਉਹਦਾ ਕਾਰਨ ਕੀ ਹੈ। ਜਦੋਂ ਆਪਾਂ ਕਹਿ ਦਿੰਦੇ ਆ ਵੀ ਜਦੋਂ ਰੱਬ ਨਾ ਕਰੇ ਕਿਸੇ ਲੇਡੀਜ਼ ਦਾ ਹਸਬੈਂਡ ਮਰ ਜਾਂਦਾ, ਆਪਾਂ ਕਹਿੰਦੇ ਨੇ ਸਿਰ ਤੋਂ ਨੰਗੀ ਹੋ ਗਈ। ਠੀਕ ਹੈ ਜੀ। ਤਾਂ ਸਿਰ ਤੋਂ ਨੰਗੀ ਹੋਣ ਦਾ ਮਤਲਬ ਕੀ ਹੈ ਕਿ ਉਹਦਾ ਖਸਮ ਮਰ ਗਿਆ, ਉਹਦਾ ਮਤਲਬ ਕਿ ਜਿਹੜਾ ਪਤੀ ਪਰਮੇਸ਼ਵਰ ਸੀ ਉਹ ਚਲਾ ਗਿਆ ਇਸ ਦੁਨੀਆ ਤੋਂ। ਤਾਂ ਆਪਣੇ ਮਤਲਬ ਕਿ ਗੁਰਬਾਣੀ ਦੇ ਵਿੱਚ ਸਮਝਾਉਂਦੇ ਆ ਵੀ ਜਿਹੜੇ ਆਪਾਂ ਜੀਵ ਇਸਤਰੀਆਂ ਨੇ, ਆਪਾਂ ਜਿੰਨੇ ਵੀ ਲੋਕ ਆ, ਚਾਹੇ ਆਪਾਂ ਮੇਲ ਆ, ਫੀਮੇਲ ਆ, ਟਰਾਂਸਜੈਂਡਰ ਆ, ਜੋ ਮਰਜ਼ੀ ਆ, ਆਪਾਂ ਕੀ ਆ ਇੱਕ ਫੀਮੇਲ ਆ ਮਤਲਬ। ਤਾਂ ਆਪਣਾ ਜਿਹੜਾ ਅਸਲੀ ਪਤੀ ਪਰਮੇਸ਼ਵਰ ਕੌਣ ਹੈ, ਰੱਬ ਹੈ, ਅਕਾਲ ਪੁਰਖ ਹੈ, ਭਗਵਾਨ ਹੈ, ਵਾਹਿਗੁਰੂ ਹੈ, ਅੱਲਾ ਹੈ, ਗੋਡ, ਜਿਹਨੂੰ ਆਪਾਂ ਵੱਖਰੇ ਵੱਖਰੇ ਨਾਮ ਨਾਲ ਕੀ ਕਰ ਸੱਦਦੇ ਆ। ਤਾਂ ਉਵੇਂ ਰਾਜੇ ਫਿਰ ਬੁੱਲੇ ਨੇ ਆਪਣੇ ਆਪ ਨੂੰ ਮਤਲਬ ਕਿ ਆਪਣੀ ਮਤਲਬ ਕਿ ਉਹਦੀ ਪ੍ਰੀਤ ਦੇ ਵਿੱਚ, ਆਪਣੇ ਮੁਰਸ਼ਿਦ ਦੀ ਪ੍ਰੀਤ ਦੇ ਵਿੱਚ ਆਪਣੇ ਆਪ ਨੂੰ ਲੇਡੀਜ਼ ਦਾ ਰੂਪ ਧਾਰ ਕੇ ਉਹਨੂੰ ਮਨਾਇਆ ਸੀਗਾ। ਤਾਂ ਬੁੱਲੇ ਸ਼ਾਹ ਦਾ ਇੱਕ ਵਾਰੀ ਮਤਭੇਦ ਹੋ ਜਾਂਦਾ, ਤਾਂ ਉਹਨੇ ਜਿਹੜੇ ਮੁਰਸ਼ਿਦ ਹੁੰਦੇ ਆ, ਠੀਕ ਹੈ, ਉਹ ਚਲੇ ਜਾਂਦੇ ਉਹਨੂੰ ਛੱਡ ਕੇ, ਉਹ ਤੋਂ ਨਾਰਾਜ਼ ਹੋ ਕੇ ਚਲੇ ਜਾਂਦੇ ਆ। ਤਾਂ ਉਹਦਾ ਵਿਛੋੜਾ ਪੈ ਜਾਂਦਾ ਰਾਜੇ। ਤਾਂ ਕਹਿੰਦੇ ਜੀ ਬੁੱਲੇ ਸ਼ਾਹ ਦੇ ਜਿਹੜੇ ਮੁਰਸ਼ਿਦ ਹੁੰਦੇ ਆ, ਸ਼ਾਹ ਅਨਾਇਤ, ਉਹ ਨਾਰਾਜ਼ ਹੋ ਜਾਂਦੇ ਬੁੱਲੇ ਦੇ ਕਿਸੇ ਗੱਲ ਤੋਂ, ਉਹਨੂੰ ਡੇਰੇ ਤੋਂ ਕੱਢ ਦਿੰਦੇ ਆ। ਤਾਂ ਇਹ ਵਿਛੋੜਾ ਬਹੁਤ ਲੰਮਾ ਨਹੀਂ ਸੀਗਾ, ਥੋੜੇ ਦਿਨ ਦਾ ਸੀਗਾ, ਪਰ ਬੁੱਲਾ ਕਹਿੰਦਾ ਅਜਿਹਾ ਵਿਛੋੜਾ ਸਹਾਰ ਨਾ ਸਕਿਆ। ਜਦੋਂ ਕੋਈ ਬੰਦਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਨਾ, ਉਹਨੂੰ ਇੱਕ ਸੈਕਿੰਡ ਵਾਸਤੇ ਵੀ ਉਹ ਚੀਜ਼ ਕੀ ਆ ਉਹ ਬਰਦਾਸ਼ਤ ਨਹੀਂ ਹੁੰਦੀਗੀ। ਠੀਕ ਹੈ। ਜਿਵੇਂ ਹੁਣ ਆਪਾਂ ਮਤਲਬ ਘਰ ਦੇ ਵਿੱਚ ਆਪਣੇ ਮਾਂ-ਬਾਪ, ਆਪਣੇ ਭੈਣ ਭਰਾ ਹੈ, ਤਾਂ ਆਪਾਂ ਕੀ ਆ ਉਹ ਚੀਜ਼ ਆਪਾਂ ਨੂੰ ਕੀ ਲੱਗਦੀ ਆ, ਹੁਣ ਆਪਾਂ ਉਹਨਾਂ ਨਾਲ ਆਪਣਾ ਪਿਆਰ ਹੈ, ਮੰਨ ਲਓ 10 ਦਿਨ ਵਾਸਤੇ ਜਾਂ ਮਹੀਨੇ ਵਾਸਤੇ ਬਾਹਰ ਚਲੇ ਜਾਣ, ਆਪਾਂ ਨੂੰ ਕਿੰਨਾ ਬੁਰਾ ਲੱਗਦਾ ਯਾਰ ਵੀ ਕਦੋਂ ਆਉਣਗੇ, ਕਦੋਂ ਮਿਲਾਂਗੇ ਆਪਣੇ ਮਾਂ-ਬਾਪ ਨੂੰ। ਤਾਂ ਇਸ ਤਰ੍ਹਾਂ ਜਿਹੜਾ ਬੁੱਲਾ ਸੀਗਾ ਰਾਜੇ, ਉਸ ਜਿਹੜੇ ਵਿਛੋੜੇ ਨੂੰ ਸਹਾਰ ਨਾ ਸਕਿਆ। ਕਹਿਣ ਦਾ ਮਤਲਬ ਉਹ ਸੜਨ ਲੱਗ ਗਿਆ, ਅੰਦਰੋਂ ਦੀ ਚਿੰਤਾ ਹੋਣ ਲੱਗ ਗਈ, ਤੇ ਕੁੰਦਨ ਬਣ ਗਿਆ, ਮਤਲਬ ਸੜ ਕੇ ਕੀ ਹੋ ਗਿਆ, ਸਵਾਹ ਹੋ ਗਿਆ, ਉਹਦਾ ਰੰਗ ਕਾਲਾ ਪੈਣਾ ਸ਼ੁਰੂ ਹੋ ਗਿਆ। ਤਾਂ ਉਹਨੂੰ ਆਪਦਾ ਮੁਰਸ਼ਿਦ ਦਾ ਜਿਹੜਾ ਵਿਛੋੜਾ ਸੀਗਾ ਉਹ ਸਹਾਰ ਨਹੀਂ ਸਕਿਆ। ਤਾਂ ਉਹਨੇ ਇਹ ਲਿਖਿਆ ਵੀ ਹੋਇਆ ਰਾਜੇ, ਆਪਣੀ ਕਾਫੀ ਦੇ ਵਿੱਚ ਲਿਖਿਆ, ਕਹਿੰਦਾ ਬੌੜੀ ਵੇ ਤਬੀਬਾ ਮੈਂਡੀ ਜਿੰਦ ਗਈਆਂ, ਤੇਰੇ ਇਸ਼ਕ ਨਚਾਇਆ ਕਰ ਥਈਆਂ ਥਈਆਂ। ਠੀਕ ਹੈ। ਇਹ ਆਪਾਂ ਦੇਖੋ ਕਈ ਵਾਰੀ ਆਪਾਂ ਸੌਂਗ ਵੀ ਸੁਣਦੇ, ਉਹਨਾਂ ਵਿੱਚ ਵੀ ਜ਼ਿਕਰ ਆਉਂਦਾ। ਹੁਣ ਬੁੱਲੇ ਸ਼ਾਹ ਨੂੰ ਵਿਛੋੜਾ ਭਰੀਆਂ ਕਾਫੀਆਂ ਕਹਿਣੀਆਂ ਸ਼ੁਰੂ ਕੀਤੀਆਂ। ਠੀਕ ਹੈ। ਜਿੰਨੀਆਂ ਵੀ ਕਾਫੀਆਂ ਪੜ੍ਹਦਾ ਸੀ ਉਹਦੇ ਵਿੱਚ ਵਿਛੋੜੇ ਦੀ ਗੱਲ ਕਰਦਾ ਸੀਗਾ। ਮੈਂ ਨਾਤੀ ਧੋਤੀ ਰਹਿ ਗਈ, ਕਾਈ ਗੰਢ ਮਾਹੀ ਦਿਲ ਪੈ ਗਈ। ਤਾਂ ਕਹਿੰਦਾ ਮਤਲਬ ਉਹਦਾ ਵਿਛੋੜਾ ਪੈ ਗਿਆ ਸੀਗਾ ਆਪਣੇ ਮੁਰਸ਼ਿਦ ਦੇ ਨਾਲ।
ਹੁਣ ਉਸ ਤੋਂ ਬਾਅਦ ਜਿਹੜੇ ਉਹਦਾ ਪੁਨਰ ਮਿਲਾਪ ਹੁੰਦਾ ਰਾਜੇ, ਜਦੋਂ ਉਹ ਨੱਚ ਕੇ ਮਨਾਉਂਦਾ, ਠੀਕ ਹੈ ਜੀ। ਕਹਿੰਦਾ ਬੁੱਲੇ ਨੇ ਕੀ ਕੀਤਾ, ਜਨਾਨਿਆਂ ਵਾਲੇ ਕੱਪੜੇ ਪਾ ਲਏ, ਪੈਰੀ ਘੁੰਗਰੂ ਬੰਨ ਕੇ ਸਾਰਿਆਂ ਸਾਹਮਣੇ ਨੱਚਣ ਲੱਗ ਗਿਆ ਰਾਜੇ। ਇੱਕ ਸਭਾ ਹੋਈ ਸੀਗੀ, ਉਹ ਆਪਣੇ ਗੁਰੂ ਨੂੰ ਮਨਾਉਣ ਲੱਗ ਗਿਆ। ਤਾਂ ਉਹਨੇ ਕਲੇਜੇ ਧੂ ਪਾਉਣ ਵਾਲੀ ਕੀ ਕੀਤੀ, ਕਾਫੀ ਗਾ ਰਿਹਾ ਸੀਗਾ। ਕਹਿੰਦਾ ਆਓ ਸਈਓ ਰਲ ਦਿਓ ਨੀ ਵਧਾਈ, ਮੈਂ ਵਰ ਪਾਇਆ ਰਾਂਝਾ ਮਾਈ। ਇਹ ਤੁਸੀਂ ਸੁਣਿਆ ਵੀ ਹੋਊਗਾ, ਪੰਜਾਬੀ ਆਪਣੇ ਸੌਂਗ ਦੇ ਵਿੱਚ ਵੀ ਸੁਣਿਆ ਹੋਊਗਾ। ਤਾਂ ਕਹਿਣ ਦਾ ਮਤਲਬ ਉਹਨੇ ਆਪਣੇ ਮਤਲਬ ਕਿ ਪੂਰਾ ਐਨ ਜਿਵੇਂ ਨੱਚਦੇ ਆ, ਜਿਹਨੂੰ ਆਪਾਂ ਦੇਸੀ ਭਾਸ਼ਾ 'ਚ ਕੰਜਰੀਆਂ ਕਹਿ ਦਿੰਦੇ ਆ, ਹਨਾ। ਤਾਂ ਉਸ ਤਰ੍ਹਾਂ ਨੱਚ ਕੇ ਆਪਣੇ ਕੀ ਆ, ਮੁਰਸ਼ਦ ਨੂੰ ਮਨਾਇਆ ਸੀਗਾ। ਤਾਂ ਕਹਿੰਦਾ ਜੀ ਮੁਰਸ਼ਦ ਮਿਲਿਆ ਰੱਬ ਵਰਗਾ, ਸੋਹਣਾ ਮੈਂ ਰੱਬ ਨਹੀਂ ਹੱਥੋਂ ਗਵਾਉਣਾ, ਮੁਰਸ਼ਦ ਦੇ ਕਹਿੰਦਾ ਕਦਮੀ ਸਿਰ ਰੱਖ, ਮੈਂ ਭੁੱਲਾਂ ਨੂੰ ਬਖਸ਼ਾਉਣਾ। ਤੇ ਜਦੋਂ ਆਪਾਂ ਕਿਸੇ ਨੂੰ ਗੁਰੂ ਮੰਨ ਲੈਂਦੇ ਨਾ ਦਿਲ ਤੋਂ, ਤੇ ਜੇ ਆਪਣੇ ਤੋਂ ਕਦੇ ਭੁੱਲ ਵੀ ਹੋ ਜਾਵੇ ਤਾਂ ਆਪਾਂ ਨੂੰ ਉਹਨੂੰ ਮਿਲਾ ਲੈਣੀ ਚਾਹੀਦੀ ਆ, ਰੱਬ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਤਾਂ ਕਹਿਣ ਦਾ ਮਤਲਬ ਉਹਦਾ ਪੁਨਰ ਮਿਲਾਪ ਹੁੰਦਾ ਰਾਜੇ। ਤਾਂ ਰਚਨਾਵਾਂ ਦੀ ਗੱਲ ਕਰੀਏ, ਜਿਹੜਾ ਆਪਣਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ ਰਾਜੇ, ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਰਚਨਾਵਾਂ, ਇਹ ਬਹੁਤ ਜ਼ਿਆਦਾ ਪੁੱਛ ਸਕਦੇ ਆ ਤੁਹਾਨੂੰ। ਬੁੱਲੇ ਸ਼ਾਹ ਨੇ ਰਾਜੇ ਜਿਹੜੀਆਂ ਕਾਫੀਆਂ ਲਿਖੀਆਂ ਰਾਜੇ, ਉਹ ਲਗਭਗ 156 ਲਿਖੀਆਂ। ਨਾਲ ਉਹਨਾਂ ਨੇ ਇੱਕ 12 ਮਾਹ ਲਿਖਿਆ, ਠੀਕ ਹੈ। 12 ਮਾਹ ਕੀ ਹੁੰਦਾ ਹੈ, ਕਾਫੀਆਂ ਕੀ ਹੁੰਦੀਆਂ, ਤੁਹਾਨੂੰ ਮੈਂ ਦੱਸਦਾ। 40 ਉਹਨੇ ਗੰਢਾਂ ਲਿਖੀਆਂ, ਠੀਕ ਹੈ। ਗੰਢਾਂ ਕੀ ਹੁੰਦੀਆਂ ਤੁਹਾਨੂੰ ਨਹੀਂ ਪਤਾ ਹੋਊਗਾ, ਪੁਰਾਣੇ ਪਿੰਡ ਵਾਲੇ ਬੱਚਿਆਂ ਨੂੰ ਤਾਂ ਪਤਾ ਹੋਊਗਾ। ਇੱਕ 18ਵਾਂ ਲਿਖਿਆ, 3 ਉਹਨੇ ਸ਼ਰੀਫੀਆਂ ਲਿਖੀਆਂ, ਤੇ 48 ਉਹਨੇ ਦੋੜੇ ਲਿਖੇ ਆ। ਕਈ ਜਗ੍ਹਾ ਤੇ 49 ਵੀ ਆਉਂਦੇ, ਪਰ ਜਿਹੜੇ ਸਹੀ ਹੈਗੇ ਰਾਜੇ 48 ਹੀ ਹੈ। ਤਾਂ ਕਹਿਣ ਦਾ ਮਤਲਬ 156 ਕਾਫੀਆਂ, ਇੱਕ 12 ਮਾਹ, 40 ਗੰਢਾਂ, ਇੱਕ 18ਵਾਂ ਤੇ 3 ਸ਼ਰੀਫੀਆਂ 48 ਦੋੜੇ ਲਿਖੇ। ਹੁਣ ਆ ਕੀ ਹੁੰਦੀਆਂ ਕਾਫੀਆਂ, ਤੁਹਾਨੂੰ ਮੈਂ ਦੱਸਤਾ। 12 ਮਾਹ ਕੀ ਹੁੰਦੇ ਆ, ਗੰਢਾਂ ਕੀ ਹੁੰਦੇ ਆ, ਚਲੋ ਇਹਨਾਂ ਦੀ ਜਾਣਕਾਰੀ ਤੁਹਾਨੂੰ ਮੈਂ ਦੇ ਦਿੰਦਾ। ਇਹ ਇਤਿਹਾਸ ਦੇ ਵਿੱਚ ਚੀਜ਼ਾਂ ਲੋਪ ਹੋ ਚੁੱਕੀਆਂ, ਕਿਉਂਕਿ ਆਪਾਂ ਸਾਹਿਤ ਨਹੀਂ ਪੜ੍ਹਦੇਗੇ, ਹਨਾ। ਤਾਂ ਚਲੋ ਜੀ, ਇਹਦੇ ਵਿੱਚੋਂ ਕੁਝ ਚੀਜ਼ਾਂ ਮੈਨੂੰ ਵੀ ਨਹੀਂ ਪਤਾ ਸੀ, ਮੈਂ ਵੀ ਰਿਸਰਚ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਇਆ। ਤਾਂ ਮੈਂ ਤੁਹਾਨੂੰ ਦੱਸਦਾ ਰਾਜੇ, ਸਭ ਤੋਂ ਵੱਧ ਜਿਹੜੀ ਪ੍ਰਸਿੱਧੀ ਮਿਲੀ ਉਹਨੂੰ ਕਾਫੀਆਂ ਦੇ ਵਿੱਚ ਮਿਲੀ ਹੈ। ਬੁੱਲੇ ਸ਼ਾਹ ਦੀਆਂ ਕਾਫੀਆਂ ਹੀ ਪ੍ਰਸਿੱਧ ਹੋਈਆਂ ਨੇ, ਬਾਕੀ ਚੀਜ਼ਾਂ ਚਲੋ ਪ੍ਰਸਿੱਧ ਹੈਗੀਆਂ ਸੀਗੀਆਂ, ਪਰ ਇੰਨੀਆਂ ਨਹੀਂ ਸੀਗੀਆਂ ਜਿੰਨੀਆਂ ਕਾਫੀਆਂ ਹੋਈਆਂ। ਕਹਿੰਦਾ ਜੀ ਜਿਹੜੀ ਆਪ ਜੀ ਦੀ ਭਾਸ਼ਾ ਹੈਗੀ ਆ, ਵਧੇਰੇ ਠੇਠ, ਸਾਦੀ ਤੇ ਲੋਕ ਪੱਧਰ ਦੀ ਸੀਗੀ। ਕਹਿੰਦਾ ਮਤਲਬ ਬਿਲਕੁਲ ਦੇਸੀ ਭਾਸ਼ਾ ਦੇ ਵਿੱਚ ਨੇ ਕੀ ਕੀਤੀਆਂ, ਕਾਫੀਆਂ ਲਿਖੀਆਂ ਬੁੱਲੇ ਸ਼ਾਹ ਜੀ ਨੇ। ਤਾਂ ਚਲੋ ਤੁਹਾਨੂੰ ਮੈਂ ਦੱਸਦਾ ਰਾਜੇ। ਹੁਣ ਜੇ ਮੈਂ ਕਾਫੀ ਦੀ ਗੱਲ ਕਰੀਏ ਰਾਜੇ, ਮੈਂ ਤੁਹਾਨੂੰ ਕਾਫੀ ਪੜ੍ਹਾ ਚੁੱਕਿਆ ਪਿੱਛੇ ਵੀ, ਸ਼ਾਹ ਹੁਸੈਨ ਜੀ ਬਾਰੇ ਵੀ, ਉਹ ਕਾਫੀਆਂ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀਗਾ। ਤਾਂ ਕਹਿੰਦਾ ਜੀ ਬੁੱਲੇ ਤੋਂ ਪਹਿਲਾਂ ਕਾਫੀ ਦਾ ਪ੍ਰਯੋਗ ਕਹਿੰਦਾ ਪੰਜਾਬ ਤੋਂ ਬਾਹਰ ਵੀ ਹੋ ਰਿਹਾ ਸੀਗਾ। ਬੁੱਲੇ ਨੇ ਤਾਂ ਚਲੋ ਪਹਿਲਾਂ ਨਹੀਂ ਕੀਤਾ, ਇਸ ਤੋਂ ਪਹਿਲਾਂ ਪੰਜਾਬ ਤੋਂ ਬਾਹਰ ਵੀ ਇਹਦਾ ਪ੍ਰਯੋਗ ਕਰਦੇ ਸੀਗੇ। ਕਾਫੀ ਦਾ ਅਰਥ ਹੁੰਦਾ ਰਾਜੇ ਰਾਗਣੀ, ਠੀਕ ਹੈ। ਕਾਫੀ ਦਾ ਜੇ ਆਪਾਂ ਅਰਥ ਮੰਨੀਏ, ਇਹਦਾ ਮਤਲਬ ਕੀ ਹੈ, ਰਾਗਣੀ, ਠੀਕ ਹੈ ਜੀ। ਕਹਿੰਦੇ ਇਹਦੇ ਵੀ ਸੰਬੰਧੀ ਜਿਹੜੇ ਆਪਣੇ ਵਿਦਵਾਨ ਨੇ, ਪ੍ਰਿੰਸੀਪਲ ਤੇਜਾ ਸਿੰਘ ਜੀ, ਉਹ ਲਿਖਦੇ ਨੇ ਕਿ ਕਾਫੀ ਨੂੰ ਰਾਗਣੀ ਕਹਿੰਦੇ ਨੇ। ਇਹ ਗੱਲ ਕਾਫੀ ਹੱਦ ਤੱਕ ਸੱਚੀ ਹੈ, ਠੀਕ ਹੈ ਜੀ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੱਥੇ ਆਪਾਂ ਆਸਾਂ, ਸੂਹੀ, ਤਲੰਗ ਤੇ ਮਾਰੂ ਰਾਗ ਆਉਂਦੇ ਰਾਜੇ, ਉਹਦੇ ਵਿੱਚ ਵੀ ਵੇਰਵਾ ਆਉਂਦਾ ਕਿਹਦਾ, ਕਾਫੀ ਦਾ। ਕਾਫੀ ਮਤਲਬ ਕਿ ਰਾਗਣੀ, ਮਤਲਬ ਜਿਹੜੇ ਰਾਗ ਦੇ ਵਿੱਚ ਆਪਾਂ ਕੋਈ ਚੀਜ਼ ਗਾਉਣੇ ਆ, ਜਿਹੜੇ ਵੱਖਰੇ ਵੱਖਰੇ ਸ਼ਬਦ ਹੈ, ਉਹ ਕਿਸੇ ਨਾ ਕਿਸੇ ਰਾਗ ਦੇ ਵਿੱਚ ਗਾਏ ਜਾਂਦੇ ਆ, ਤਾਂ ਉਹਨੂੰ ਆਪਾਂ ਰਾਗਣੀ ਕਹਿ ਸਕਦੇ ਹਾਂ ਕਾਫੀ ਨੂੰ, ਠੀਕ ਹੈ ਜੀ। ਤਾਂ ਕਾਫੀ ਦਾ ਸ਼ਬਦ ਕੀ ਹੈ, ਰਾਗਣੀ, ਮਤਲਬ ਕੀ ਹੈ, ਰਾਗਣੀ ਹੈ। ਤਾਂ ਕਾਫੀ ਤੁਹਾਨੂੰ ਪਤਾ ਹੀ ਹੋਊਗਾ ਰਾਜੇ। ਕਹਿੰਦਾ ਜੀ ਇਹ ਸਪਸ਼ਟ ਹੈ ਕਿ ਇਹਨਾਂ ਰਾਗਾਂ ਦੀ ਰਾਗਣੀ ਹੈ, ਇਹ ਆਪਣੇ ਆਪ ਸੰਪੂਰਨ ਰਾਗ ਨਹੀਂ ਹੈ, ਇਹ ਰਾਗ ਨਹੀਂ ਹੈਗਾ, ਰਾਗਣੀ ਹੈ, ਠੀਕ ਹੈ ਜੀ। ਰਾਗ ਤੋਂ ਹੀ ਬਣੀ ਹੋਈ ਹੈ, ਤਾਂ ਇਹਨੂੰ ਕਾਫੀ ਕਹਿ ਦਿੰਦੇ ਆ ਰਾਜੇ। ਹੁਣ ਅਗਰ ਆਪਾਂ ਗੱਲ ਕਰੀਏ ਰਾਜੇ ਸ਼ਰੀਫੀ ਦੀ, ਸ਼ੀ ਹਰਫੀ, ਹਰਫੀ ਕੀ ਹੁੰਦਾ ਸੀ ਰਾਜੇ ਉਸ ਟਾਈਮ ਤੇ, ਜਿਵੇਂ ਹਰਫੀ ਨਾ ਇੱਕ ਪੈਸੇ ਨੂੰ ਕਹਿ ਦਿੰਦੇ ਸੀਗੇ। ਚਲੋ ਹੁਣ ਆਪਾਂ ਇਹ ਡਿਟੇਲ ਚ ਨਹੀਂ ਜਾਂਦੇਗੇ, ਆਪਾਂ ਇਹ ਦੋ ਸ਼ਬਦ ਨੇ ਸ਼ੀ ਹਰਫੀ, ਠੀਕ ਹੈ ਜੀ। ਸ਼ੀ ਹਰਫੀ ਕਹਿ ਦਿੰਦੇ ਆਪਾਂ। ਹੁਣ ਇਹਦੇ ਵਿੱਚ ਕੀ ਆ, ਕਹਿੰਦਾ ਜੀ ਸਭ ਤੋਂ ਪੁਰਾਣਾ ਕਾਵਿ ਰੂਪ ਮੰਨਿਆ ਜਾਂਦਾ ਰਾਜੇ, ਕਿਹੜਾ, ਸ਼ੀ ਹਰਫੀ। ਕਹਿੰਦੇ ਜਿਹੜੇ ਯਹੂਦੀ ਸੀਗੇ ਇਹਨੂੰ ਕੀ ਕਹਿ ਦਿੰਦੇ ਸੀਗੇ, ਅਲਫਾਬੇਟ ਪੋਇਮ ਕਹਿੰਦੇ ਸੀਗੇ, ਅਲਫਾਬੇਟ ਪੋਇਮ ਕਹਿੰਦੇ ਸੀਗੇ ਕਿਹਨੂੰ, ਸ਼ੀ ਹਰਫੀ ਨੂੰ, ਠੀਕ ਹੈ ਜੀ। ਜੇ ਆਪਾਂ ਯਹੂਦੀਆਂ ਦੀ ਗੱਲ ਕਰੀਏ ਰਾਜੇ, ਜਿਹੜੇ ਉਹ ਇਹਨੂੰ ਕੀ ਕਹਿੰਦੇ ਹੁੰਦੇ ਸੀਗੇ, ਅਲਫਾਬੈਟ ਪੋਇਮ ਕਹਿੰਦੇ ਸੀ ਕਿਹਨੂੰ, ਸ਼ੀ ਹਰਫੀ ਨੂੰ। ਕਹਿੰਦੇ ਜਿਹੜੇ ਸ਼ੀ ਹਰਫੀ ਫਾਰਸੀ ਜ਼ੁਬਾਨ ਹੈ, ਕਹਿੰਦਾ ਭਾਰਤ ਤੇ ਪੰਜਾਬ ਦੇ ਵਿੱਚ ਆਈ ਸੀਗੀ, ਠੀਕ ਹੈ। ਤੁਹਾਨੂੰ ਪਤਾ ਜਦੋਂ ਅਫਗਾਨ ਤੋਂ ਲੋਕ ਆਏ ਆ ਜਾਂ ਮੁਗਲ ਆਏ ਆ, ਉਹਨਾਂ ਦੇ ਨਾਲ ਕੀ ਆਏ, ਆਪਣੇ ਕਵੀ ਵੀ ਆਏ, ਤੁਹਾਨੂੰ ਮੈਂ ਸਟਾਰਟਿੰਗ 'ਚ ਪੜ੍ਹਾਇਆ ਸੀਗਾ। ਤਾਂ ਕਹਿੰਦਾ ਜੀ ਇਹ ਭਾਰਤੀ ਰੂਪ 52 ਅੱਖਰੀ ਜਾਂ ਪੰਜਾਬੀ ਰੂਪ 35 ਜਾਂ ਪੱਟੀ ਹੈ। ਤਾਂ ਠੀਕ ਹੈ ਜੀ। ਇਸ ਤੋਂ ਬਾਅਦ ਅਗਰ ਕਹਿੰਦਾ ਗੱਲ ਕਰੀਏ, ਕਹਿੰਦਾ ਪ੍ਰੇਮ ਸਿੰਘ ਜਰਗਰ ਨੇ ਆਪਣੇ ਸੰਗ੍ਰਹਿ ਦੇ ਵਿੱਚ ਬੁੱਲੇ ਸ਼ਾਹ ਦੀਆਂ 3 ਸੀ ਹਰਫੀਆਂ ਦਿੱਤੀਆਂ ਹਨ, ਤੀਜੀ ਅਧੂਰੀ ਹੈ। ਤਾਂ ਕਹਿੰਦਾ ਮਤਲਬ ਟੋਟਲ ਜਿਹੜੀਆਂ ਹਰਫੀਆਂ ਹੈਗੀਆਂ ਬੁੱਲੇ ਸ਼ਾਹ ਦੀਆਂ ਕਿੰਨੀਆਂ ਨੇ ਰਾਜੇ, 3 ਨੇ। ਇਹਦੇ ਵਿੱਚ 2 ਕੰਪਲੀਟ ਹੈ, ਇੱਕ ਥੋੜੀ ਜਿਹੀ ਅਧੂਰੀ ਹੈ, ਪਰ ਆਪਾਂ 3 ਹੀ ਮੰਨ ਕੇ ਚੱਲਾਂਗੇ ਐਗਜ਼ਾਮ ਦੇ ਵਿੱਚ, ਠੀਕ ਹੈ ਜੀ। ਤਾਂ ਕਹਿੰਦਾ ਲਾਹੌਰ ਪਾਕਿਸਤਾਨ ਦੇ ਵਿੱਚ ਕੁੱਲ ਤੇ ਬੁੱਲੇ ਸ਼ਾਹ ਵਿੱਚੋਂ ਇਹ ਸੀ ਹਰਫੀਆਂ ਦਰਜ ਕੀਤੀਆਂ ਗਈਆਂ ਨੇ, ਤੇ ਬੁੱਲੇ ਦੀ ਸ਼ੀ ਹਰਫੀਆਂ ਇਸ ਤਰ੍ਹਾਂ ਹੁੰਦੀਆਂ ਸੀਗੀਆਂ। ਤਾਂ ਸ਼ੀ ਹਰਫੀਆਂ ਸਮਝ ਆ ਗਈਆਂ ਰਾਜੇ। ਇੱਕ ਪੋਇਮ ਕਹਿ ਸਕਦੇ ਹਾਂ ਆਪਾਂ, ਪੋਇਮ ਦਾ ਨਾਮ ਹੈ, ਬਸ ਇਦਾਂ ਯਾਦ ਰੱਖ ਲਿਓ, ਇੱਕ ਪੋਇਮ ਹੈ, ਠੀਕ ਹੈ ਜੀ। ਕਵਿਤਾ ਕਹਿ ਦਿੰਦੇ ਜਿਹਨੂੰ ਪੰਜਾਬੀ ਦੇ ਵਿੱਚ। ਤਾਂ ਉਸ ਟਾਈਮ ਤੇ ਸ਼ੀ ਹਰਫੀ ਕਹਿੰਦੇ ਸੀਗੇ। ਤਾਂ ਇਹ ਦੇਖੋ ਕਵਿਤਾ ਇਦਾਂ ਦੀ ਹੁੰਦੀ ਸੀਗੀ, ਅਲਫ ਆਮਦਿਆਂ ਤੋਂ ਮੈਂ ਸਦਕੜੇ ਹਾਂ, ਠੀਕ ਹੈ ਜੀ, ਜੀਮ ਜਾਂਦਿਆਂ ਤੋਂ ਸਿਰ ਵਾਰਨੀ ਹਾਂ। ਤਾਂ ਇਸ ਤਰ੍ਹਾਂ ਦੀਆਂ ਇਹ ਪੋਇਮਾਂ ਗਾਈਆਂ ਜਾਂਦੀਆਂ ਸੀ ਰਾਜੇ। ਤਾਂ ਇੱਕ ਵੱਖਰਾ ਸਟਾਈਲ ਸੀਗਾ, ਜਿਵੇਂ ਕਾਫੀ ਵੱਖਰਾ ਸਟਾਈਲ ਹੈ, ਸ਼ੀ ਹਰਫੀ ਵੱਖਰਾ ਸਟਾਈਲ ਹੈ। ਤਾਂ ਅੱਗੇ ਗੱਲ ਕਰਦੇ ਹਾਂ ਆਪਾਂ ਜੀ 18ਵੇਂ ਦੀ ਗੱਲ ਕਰਦੇ ਹਾਂ ਰਾਜੇ। ਤਾਂ 18ਵਾਂ ਜਾਂ 17ਵਾਂ ਕੀ ਹੈ, ਇੱਕ ਪੰਜਾਬੀ ਲੋਕ ਸਾਹਿਤ ਦਾ ਪੁਰਾਣਾ ਕਾਵਿ ਰੂਪ ਹੈ, ਠੀਕ ਹੈ ਜੀ। ਪੰਜਾਬੀ ਕਾਵਿ ਰੂਪ ਦਾ ਕੀ ਇੱਕ ਰੂਪ ਹੈ, ਠੀਕ ਹੈ। 18ਵਾਂ ਜਾਂ 17ਵਾਂ ਕਹਿੰਦਾ ਜੀ ਇਹ ਹਫ਼ਤੇ ਦੇ 7 ਦਿਹਾੜਿਆਂ ਨੂੰ ਮੁੱਖ ਰੱਖ ਕੇ ਰਚਿਆ ਜਾਂਦਾ ਹੈ।
ਠੀਕ ਹੈ, ਤੁਹਾਨੂੰ ਪਤਾ ਨਾ 18ਵਾਂ ਜਾਂ 17ਵਾਂ, ਠੀਕ ਹੈ। ਤਾਂ ਕਹਿੰਦਾ ਜੀ ਜਿਹੜੇ ਪੰਜਾਬੀ ਸਪਤਾਹ ਹੁੰਦੇ ਆ ਰਾਜੇ 7 ਦਿਨ ਹੁੰਦੇ ਆ, ਉਹਨੂੰ ਮਤਲਬ ਕਿ ਮੇਨ ਧਿਆਨ ਦੇ ਵਿੱਚ ਰੱਖ ਕੇ ਕੀ ਹੈ ਕੋਈ ਰਚਨਾ ਕੀਤੀ ਜਾਂਦੀ ਹੈ। ਕਹਿੰਦਾ ਜਿਹੜਾ ਬੁੱਲੇ ਸ਼ਾਹ ਦਾ ਜਿਹੜਾ 18ਵਾਂ ਸ਼ਨਿਚਰਵਾਰ ਹੁੰਦਾ ਸੀਗਾ, ਠੀਕ ਹੈ, ਜਿਵੇਂ ਸੋਮਵਾਰ ਮੰਗਲਵਾਰ, ਤਾਂ ਜਿਵੇਂ ਆਪਾਂ ਸ਼ਨੀਵਾਰ ਕਹਿੰਦੇ ਨੇ ਸ਼ਨਿਚਰਵਾਰ ਵੀ ਕਹਿੰਦੇ ਪੰਜਾਬੀ ਦੇ ਵਿੱਚ, ਪੁਰਾਣੇ ਜਿਹੜੇ ਬਜ਼ੁਰਗ ਸੀਗੇ ਸ਼ਨਿਚਰਵਾਰ ਕਹਿੰਦੇ ਸੀਗੇ, ਸ਼ਨੀਵਾਰ ਨੂੰ ਆਪਾਂ ਕੀ ਕਹਿ ਦਿੰਦੇ ਆ ਸ਼ਨਿਚਰਵਾਰ। ਤਾਂ ਯਾਦ ਰੱਖਿਓ ਜਿਹੜਾ ਬੁੱਲੇ ਦਾ 18ਵਾਂ ਸ਼ੁਰੂ ਹੁੰਦਾ ਸੀ ਰਾਜੇ ਉਹ ਸ਼ਨਿਚਰਵਾਰ ਤੋਂ ਸ਼ੁਰੂ ਹੁੰਦਾ ਸੀਗਾ, ਠੀਕ ਹੈ, ਤੇ ਜੁੰਮੇ ਤੇ ਮੁੱਕਦਾ ਸੀਗਾ। ਜੁੰਮਾ ਤੁਹਾਨੂੰ ਪਤਾ ਹੀ ਕਿਹਨੂੰ ਕਹਿੰਦੇ ਆ, ਠੀਕ ਹੈ, ਸੰਡੇ ਨੂੰ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਸ਼ਨਿਚਰਵਾਰ ਉਤਾਵਲੇ ਵੇਖ ਸੱਜਣ ਦੀ ਸੋ, ਅਸਾਂ ਮੁੜ ਅਰ ਫੇਰ ਨਾ ਆਮਨਾ ਜੋ ਹੋਣੀ ਹੋਗ ਸੋ ਹੋ। ਤਾਂ ਕਹਿੰਦਾ ਮਤਲਬ ਇੱਕ ਰੂਪ ਹੈ, ਕਾਵ ਦਾ ਇੱਕ ਰੂਪ ਹੈ 18ਵਾਂ, ਠੀਕ ਹੈ। ਚਲੋ ਇਹਦੀ ਵੈਸੇ ਐਗਜ਼ਾਮ 'ਚ ਤੁਹਾਨੂੰ ਪੁੱਛਿਆ ਜਾਊਗਾ, ਇਹ ਤੁਹਾਡੀ ਨੌਲੇਜ ਵਾਸਤੇ ਮੈਂ ਕਰਵਾ ਰਿਹਾ, ਐਗਜ਼ਾਮ 'ਚ ਨਹੀਂ ਇਹ ਚੀਜ਼ਾਂ ਪੁੱਛੀਆਂ ਜਾਣਗੀਆਂ। ਅੱਗੇ ਗੱਲ ਕਰੀਏ ਰਾਜੇ ਆਪਾਂ 12 ਮਾਹ ਦੀ ਗੱਲ ਕਰਦੇ ਹਾਂ, ਠੀਕ ਹੈ। 12 ਮਾਹ ਤੁਸੀਂ ਪਹਿਲਾਂ ਵੀ ਸੁਣਿਆ ਹੋਊਗਾ ਰਾਜੇ, ਇਹ ਗੁਰੂ ਨਾਨਕ ਦੇਵ ਜੀ ਹੋ ਗਏ ਜਾਂ ਪੰਜਾਬੀ ਕਾਵ ਰੂਪ ਦੇ ਵਿੱਚ ਪਹਿਲਾਂ ਤੋਂ ਮੌਜੂਦ ਹੈ, ਗੁਰੂ ਨਾਨਕ ਦੇਵ ਜੀ ਦੇ ਜਨਮ ਕਾਲ ਤੋਂ ਵੀ ਪਹਿਲਾਂ, ਠੀਕ ਹੈ। 12 ਮਾਹ ਦਾ ਜਿਹੜਾ ਰੂਪ ਹੈਗਾ, ਕਹਿੰਦੇ ਜੀ ਆਮ ਖਿਆਲ ਹੈ ਕਿ ਪ੍ਰਸਿੱਧ ਫਾਰਸੀ ਕਵੀ ਮਸਊਦ ਸੈਯਦ ਸੁਲਤਾਨ ਨੇ ਸਭ ਤੋਂ ਪਹਿਲਾਂ 12 ਮਾਹੀ ਫਾਰਸੀ ਵਿੱਚ ਰਚਿਆ, ਠੀਕ ਹੈ ਜੀ। 12 ਮਾਹ ਫਾਰਸੀ ਦੇ ਵਿੱਚ ਰਚਿਆ। ਬੁੱਲੇ ਦਾ 12 ਮਾਹ ਅੱਸੂ ਮਹੀਨੇ ਤੋਂ ਸ਼ੁਰੂ ਹੁੰਦਾ ਰਾਜੇ। 12 ਮਾਹ ਦਾ ਮਤਲਬ ਕੀ ਹੈ, 12 ਮਹੀਨੇ, ਠੀਕ ਹੈ। 12 ਮਾਹ ਗੁਰੂ ਨਾਨਕ ਦੇਵ ਜੀ ਨੇ ਵੀ ਰਚਿਆ ਹੋਇਆ, ਤੁਸੀਂ ਸ਼ਾਇਦ ਪੜ੍ਹਿਆ ਹੋਵੇ ਜੇ ਬਾਣੀ ਪੜ੍ਹਦੇ ਹੋ ਤਾਂ। 12 ਮਾਹ ਦਾ ਮਤਲਬ ਹੁੰਦਾ 12 ਮਹੀਨੇ, ਜਨਵਰੀ ਫਰਵਰੀ ਮਾਰਚ ਅਪ੍ਰੈਲ। ਤਾਂ ਅੱਸੂ ਮਹੀਨੇ ਤੋਂ ਸ਼ੁਰੂ ਹੁੰਦਾ, ਤੈਨੂੰ ਦੇਸੀ ਮਹੀਨੇ ਪਤਾ ਹੀ ਹੈ ਰਾਜੇ, ਅੱਸੂ ਕੱਤਾ ਚੇਤਰ ਹਨਾ, ਇਹ ਦੇਸੀ ਮਹੀਨੇ ਹੁੰਦੇ ਆ। ਤਾਂ ਬੁੱਲੇ ਸ਼ਾਹ ਨੇ ਅੱਸੂ ਮਹੀਨੇ ਤੋਂ ਸ਼ੁਰੂ ਹੁੰਦਾ ਇਹਦਾ ਕੋਈ ਵੀ, ਠੀਕ ਹੈ ਜੀ। ਆ ਲਿਖਿਆ ਹੋਇਆ ਨਾ, ਅੱਸੂ ਲਿਖੂ ਸੰਦੇਸਵਾ ਵਾਚੇ ਮੋਰਾ ਪੀ, ਠੀਕ ਹੈ ਜੀ। ਗਮਨ ਕੀਆ ਤੁਮ ਕਾਹੇ ਕੋ ਕਲਮਲ ਆਇਆ ਜੀ। ਕਹਿਣ ਦਾ ਮਤਲਬ ਇਹ ਰਚਨਾਵਾਂ ਨੇ ਰਾਜੇ, ਅਲੱਗ-ਅਲੱਗ ਰੂਪ ਦੇ ਵਿੱਚ ਨੇ, 12 ਮਾਹ ਦੇ ਵਿੱਚ ਨੇ। ਗੰਢਾਂ ਰਾਜੇ, ਗੰਢਾਂ ਤਾਂ ਦੇਖੋ ਬਹੁਤ ਸੌਖੀਆਂ ਨੇ। ਗੰਢਾਂ ਤੁਸੀਂ ਸੁਣਦੇ ਹੀ ਹੋਵੋਗੇ ਵੀ ਨਾਨਕੇ ਗੰਢ ਲੈ ਕੇ ਆਏ। ਹੁਣ ਸਾਡੇ ਪਿੰਡਾਂ 'ਚ ਤਾਂ ਹਜੇ ਵੀ ਕਹਿੰਦੇ ਆ, ਸ਼ਹਿਰ ਵਾਲੇ ਬੱਚਿਆਂ ਨੂੰ ਨਹੀਂ ਪਤਾ ਹੋਊਗਾ। ਗੰਢ ਦਾ ਮਤਲਬ ਹੁੰਦਾ ਸ਼ਗਨ। ਜਿਵੇਂ ਆਪਾਂ ਕਿਸੇ ਨੂੰ ਸ਼ਗਨ ਦੇ ਕੇ ਆਉਣੇ, ਅੱਜ ਕੱਲ੍ਹ ਤਾਂ ਲਿਫਾਫੇ ਦੇ ਵਿੱਚ ਪਾ ਕੇ 1100 ਰੁਪਈਆ 2100 ਰੁਪਈਆ ਦਿੰਦੇ ਆ। ਤਾਂ ਪੁਰਾਣੇ ਟਾਈਮ ਤੇ ਗੰਢਾਂ ਆਉਂਦੀਆਂ ਸੀਗੀਆਂ, ਆਪਣੇ ਕੱਪੜੇ, ਆਪਣੇ ਗਹਿਣੇ ਜਾਂ ਕੁਝ ਆਪਣੇ ਨਾਨਕੇ ਦਿੰਦੇ ਸੀਗੇ, ਉਹਨੂੰ ਗੰਢਾਂ ਕਹਿੰਦੇ ਸੀਗੇ। ਤਾਂ ਕਹਿੰਦੇ ਜੀ ਵਿਆਹ ਦੇ ਸ਼ਗਨ ਵਜੋਂ ਕਹਿੰਦਾ ਗੰਢਾਂ ਲਿਖੀਆਂ ਜਾਂਦੀਆਂ ਸੀਗੀਆਂ। ਸ਼ਗਨ ਜਿਹੜਾ ਦਿੰਦੇ ਸੀ ਰਾਜੇ ਉਹਨੂੰ ਵੀ ਗੰਢਾਂ ਕਹਿੰਦੇ ਸੀ, ਜਾਂ ਉਹਨੂੰ ਮਤਲਬ ਕਿ ਦੱਸਣ ਵਾਸਤੇ ਜਿਹੜੀ ਰਚਨਾਵਾਂ ਹੁੰਦੀਆਂ ਸੀ ਰਾਜੇ ਉਹਨੂੰ ਵੀ ਗੰਢਾਂ ਕਹਿੰਦੇ ਸੀਗੇ, ਠੀਕ ਹੈ ਜੀ। ਤਾਂ ਜਿਵੇਂ ਕਹਿੰਦੇ ਜੀ ਇਹਨਾਂ ਵਿੱਚ ਕਹਿੰਦੇ ਕਾਜ ਰਚਾਉਣਾ, ਸਾਹਾ ਸੋਧਣਾ ਤੇ ਵਹੁਟੀ ਦੇ ਆਉਣ ਤੋਂ ਲੈ ਕੇ ਵਹੁਟੀ ਦੇ ਸਹੁੰ ਨਾਲ ਸਧਾਉਣ ਬਾਰੇ ਸੰਕੇਤ ਕੀਤੇ ਜਾਂਦੇ ਸੀਗੇ। ਤਾਂ ਕਹਿਣ ਦਾ ਮਤਲਬ ਜਦੋਂ ਨਵੀਂ ਵਹੁਟੀ ਆਉਂਦੀ ਸੀਗੀ ਰਾਜੇ, ਉਹਨੂੰ ਚੁੱਲ੍ਹੇ ਚੌਂਕੇ ਚੜਾਉਂਦੇ ਸੀਗੇ। ਤਾਂ ਸਾਰੇ ਜਿਹੜੇ ਉੱਥੇ ਜਿਹੜੇ ਗੀਤ ਗਾਏ ਜਾਂਦੇ ਸੀ ਜਾਂ ਕਵਿਤਾਵਾਂ ਰਚਨਾਵਾਂ ਪੜ੍ਹੀਆਂ ਜਾਂਦੀਆਂ ਸੀ ਉਹਨੂੰ ਕਹਿ ਦਿੰਦੇ ਗੰਢਾਂ, ਠੀਕ ਹੈ ਜੀ। ਤਾਂ ਕਹਿੰਦੇ ਜੀ ਬੁੱਲਾ ਸ਼ਾਹ ਨੇ ਕਿੰਨੇ 40 ਗੰਢਾਂ ਰਚਨਾਵਾਂ ਕੀਤੀਆਂ, ਕਿੰਨੀਆਂ ਟੋਟਲ 40। ਤਾਂ ਉਹਦੀ ਜਿਸ ਵੱਲ ਕਹਿੰਦਾ ਜੀ ਉਹਦੀ ਪਹਿਲੀ ਗੰਢ ਵਿੱਚ ਹੀ ਇਸ਼ਾਰਾ ਕਰਦਾ ਹੈ, ਠੀਕ ਹੈ ਜੀ। ਤਾਂ ਇਹ ਕਹਿੰਦਾ 4-4 ਤੁਕਾਂ ਦਾ ਇੱਕ ਬੰਦ ਹੁੰਦਾ ਹੈ, ਮਤਲਬ ਕਿ ਜਿਹੜੀ ਗੰਢਾਂ ਹੁੰਦੀਆਂ ਨੇ ਇਹ 4-4 ਤੁਕਾਂ ਦੀਆਂ ਹੁੰਦੀਆਂ ਨੇ ਰਾਜੇ, ਠੀਕ ਹੈ ਜੀ। ਇਹ ਡਿਟੇਲ 'ਚ ਇੰਨਾ ਜਾਣ ਦੀ ਜ਼ਰੂਰਤ ਨਹੀਂ ਹੈਗੀ। ਤੇ ਕਹਿੰਦਾ ਜੀ ਪਹਿਲੀ ਤੇ ਅਖੀਰਲੀ ਗੰਢ ਵਿੱਚ 8-8 ਤੁਕਾਂ ਹੁੰਦੀਆਂ ਨੇ। ਕਹਿੰਦਾ ਮਤਲਬ ਇਹ ਰਚਨਾ ਦਾ ਕੀ ਹੈ, ਅੰਦਰਲਾ ਰੂਪ ਹੈ। ਤਾਂ ਪਹਿਲੀ ਗੰਢ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਰਾਜੇ, ਇਹ ਦੇਖੋ ਗੰਢਾਂ ਹੁੰਦੀਆਂ ਨੇ। ਕਹਿੰਦਾ ਜੀ ਕਹੋ ਸੁਰਤੀ ਗੱਲ ਕਾਜ ਦੀਆਂ ਮੈਂ ਗੰਢਾਂ ਕੀਤੀਆਂ ਪਾਉ, ਸਾਰੇ ਤੇ ਜੰਜ ਆਪਸੀ ਹੁਣ ਚਾਲਸੀ ਗੰਢ ਘਤਾਉ। ਤਾਂ ਮਤਲਬ ਜੰਜ ਆ ਗਈ ਹੈ ਨਾ, ਮਤਲਬ ਕਿ ਵਿਆਹ ਦੇ ਬਾਰੇ ਜੋ ਵੀ ਵਿਆਹ ਦੇ ਵਿੱਚ ਹੁੰਦਾ, ਜਿਹੜੇ ਕਾਰਜ ਹੁੰਦੇ ਆ ਉਹਨੂੰ ਇੱਕ ਕਵਿਤਾ ਦੇ ਰੂਪ ਦੇ ਵਿੱਚ ਆਪਾਂ ਪੇਸ਼ ਕਰਦੇ, ਉਹਨੂੰ ਆਪਾਂ ਕਹਿ ਦਿੰਦੇ ਹਾਂ ਗੰਢਾਂ। ਤਾਂ ਚਲੋ ਗੰਢਾਂ ਬਾਰੇ ਤੁਹਾਨੂੰ ਜਾਣਕਾਰੀ ਮਿਲ ਗਈ ਹੋਊਗੀ। 12 ਮਾਹ ਬਾਰੇ, 18ਵਾਂ 17ਵਾਂ ਤੁਹਾਨੂੰ ਮੈਂ ਦੱਸਤਾ। ਕਾਫੀ ਕੀ ਹੁੰਦੀ ਹੈ ਰਾਜੇ। ਤਾਂ ਲਾਸਟ ਹੈਗਾ ਜੀ ਦੋਹੋੜਿਆ। ਦੋਹੋੜਿਆ ਕੀ ਹੈ, ਕਹਿੰਦਾ ਜੀ ਬੁੱਲੇ ਦੇ ਫੁਟਕਲ ਵਿਚਾਰ ਤੇ ਕਈ ਇੱਕ ਸਮਾਜਿਕ ਕੁਰੀਤੀਆਂ, ਜਿਵੇਂ ਆਪਾਂ ਕੋਈ ਸਮਾਜ ਦੇ ਵਿੱਚ ਕੋਈ ਬੁਰੀਆਂ ਚੀਜ਼ਾਂ ਬਾਰੇ ਲਿਖਣਾ ਹੋਵੇ, ਠੀਕ ਆ, ਕੋਈ ਪਖੰਡਵਾਦ ਆ ਉਹਨੂੰ ਪਖੰਡਵਾਦ ਨੂੰ ਤੋੜਨਾ ਹੋਵੇ, ਲੋਕਾਂ ਨੂੰ ਉਹਦੇ ਬਾਰੇ ਜਾਗਰੂਕ ਕਰਨਾ ਹੋਵੇ, ਤਾਂ ਉਹਨੂੰ ਚੀਜ਼ ਕਹਿ ਦਿੰਦੇ ਆ ਜੀ ਦੋਹੋੜਿਆ, ਠੀਕ ਹੈ ਜੀ। ਤਾਂ ਜਿਵੇਂ ਕਹਿੰਦਾ ਜੀ ਪਖੰਡਾਂ ਵੱਲ ਸੰਕੇਤ ਕਰਦੇ, ਜਿਵੇਂ ਕਹਿੰਦਾ ਜੀ ਬੁੱਲਿਆ ਧਰਮਸ਼ਾਲਾ ਤੜਵਾਈ ਕਹਿੰਦੇ ਰਹਿੰਦੇ ਠਾਕੁਰ ਦਵਾਰ ਠੱਗ, ਠੀਕ ਹੈ ਜੀ। ਮਤਲਬ ਕਿ ਉਸ ਟਾਈਮ ਤੇ ਜਾਤ ਪਾਤ ਬੜੀ ਸੀਗੀ। ਕਹਿੰਦੇ ਜਿਹੜੇ ਛੋਟੀ ਜਾਤ ਵਾਲੇ ਆ ਉਹ ਧਰਮਸ਼ਾਲਾ 'ਚ ਰਹਿੰਦੇ ਆ, ਮਤਲਬ ਕਿ ਜਿਹੜੀ ਸਾਂਝੀ ਜਗ੍ਹਾ ਹੁੰਦੀ ਹੈ ਜਿੱਥੇ ਮਾੜੇ, ਮਤਲਬ ਕਿ ਜਿਨ੍ਹਾਂ ਕੋਲ ਆਪਣੇ ਘਰ ਨਹੀਂ ਹੁੰਦੇ ਸੀ ਉਸ ਟਾਈਮ ਤੇ। ਕਹਿੰਦਾ ਠਾਕੁਰ ਦਵਾਰ ਠੱਗ, ਠੀਕ ਹੈ ਜੀ। ਤਾਂ ਕਹਿੰਦਾ ਮੈਂ ਠਾਕੁਰ ਜਿਹੜੇ ਉੱਚੀ ਜਾਤ ਦੇ ਸੀਗੇ ਉਸ ਟਾਈਮ ਤੇ। ਤਾਂ ਇਹ ਕਹਿਣ ਦਾ ਮਤਲਬ ਕਿ ਜਿਹੜੇ ਆਪਣੇ ਸਮਾਜ ਦੇ ਵਿੱਚ ਪਖੰਡਵਾਦ ਸੀਗੇ ਉਹਨਾਂ ਨੂੰ ਮਤਲਬ ਪ੍ਰਗਟ ਕਰਨ ਵਾਸਤੇ ਜਿਹੜੀ ਚੀਜ਼ ਲਿਖੀ ਜਾਂਦੀ ਸੀ ਉਹਨੂੰ ਕਹਿ ਦਿੰਦੇ ਸੀ ਦੋਹੋੜਿਆ, ਠੀਕ ਹੈ ਜੀ। ਤਾਂ ਇਹ ਚੀਜ਼ ਯਾਦ ਰੱਖ ਲਿਓ ਰਾਜੇ। ਵਿੱਚ ਮਸੀਤਾਂ ਕੁਸਤੀਆਂ ਰਹਿੰਦੇ ਆਸ਼ਕ ਰਹਿਣ ਅਲੱਗ। ਤਾਂ ਕਹਿਣ ਦਾ ਮਤਲਬ ਇਹ ਚੀਜ਼ਾਂ ਹੈਗੀਆਂ ਸਾਰੀਆਂ ਜਿਹੜੀਆਂ ਕਿ ਉਹ ਸੰਕੇਤ ਕਰ ਰਿਹਾ। ਤਾਂ ਇਹ ਬੁੱਲੇ ਸ਼ਾਹ ਦੀਆਂ ਰਚਨਾਵਾਂ ਸੀਗੀਆਂ ਰਾਜੇ। ਹੁਣ ਮੌਤ ਦੀ ਗੱਲ ਕਰਦੇ ਆ, ਸਿੰਪਲ ਤੁਸੀਂ ਕੀ ਯਾਦ ਰੱਖਣਾ ਰਾਜੇ, ਇਹ ਵੀ ਹੁਣ ਦੇਖੋ ਮੌਤ ਬਾਰੇ ਵੱਖਰੇ ਵੱਖਰੇ ਮਤਭੇਦ ਨੇ ਬੁੱਲੇ ਸ਼ਾਹ ਜੀ ਦੇ ਬਾਰੇ, ਠੀਕ ਹੈ ਜੀ। ਜਿਹੜੀ ਉਹਨਾਂ ਦੀ ਮੌਤ ਹੈਗੀ ਆ ਹਿਜਰੀ ਮੁਤਾਬਕ ਜਿਹੜੇ ਹੈਗੇ ਆ ਜੀ 1680, ਠੀਕ ਹੈ ਜੀ, ਈਸਵੀ ਦੇ ਵਿੱਚ ਜਨਮ ਹੋਇਆ ਸੀਗਾ ਤੇ 1758 ਦੇ ਵਿੱਚ ਵੀ ਇਹ ਮੌਤ ਹੋਈ ਹੈ। ਤਾਂ ਲਗਭਗ ਉਹਨਾਂ ਨੇ 78 ਸਾਲ ਉਮਰ ਕੀ ਆ ਭੋਗੀ ਆ ਆਪਣੀ ਬੁੱਲੇ ਸ਼ਾਹ ਜੀ ਨੇ। ਤਾਂ ਇਹ ਸੀਗਾ ਜੀ ਤੁਹਾਡਾ ਬੁੱਲੇ ਸ਼ਾਹ ਜੀ ਬਾਰੇ। ਹੁਣ ਤੁਹਾਨੂੰ ਮੈਂ, ਠੀਕ ਹੈ ਜੀ, ਬੁੱਲੇ ਸ਼ਾਹ ਦੇ ਬਾਰੇ ਕੁਐਸਚਨ ਪੁੱਛਣ ਜਾ ਰਿਹਾ। ਤੁਸੀਂ ਦੇਖਦੇ ਆ ਵੀ ਕਿੰਨੇ ਕੁ ਧਿਆਨ ਦੇ ਨਾਲ ਇਹਨਾਂ ਨੂੰ ਸੁਣਿਆ। ਤਾਂ ਬੁੱਲੇ ਸ਼ਾਹ ਜੀ ਹੋ ਗਏ, ਬਾਬਾ ਫਰੀਦ ਜੀ ਹੋ ਗਏ ਰਾਜੇ, ਇਹ ਤੁਹਾਡੇ ਵਾਸਤੇ, ਜਾਂ ਸ਼ਾਹ ਹੁਸੈਨ ਜੀ ਹੈਗੇ, ਇਹ ਜ਼ਿਆਦਾ ਇੰਪੋਰਟੈਂਟ ਨੇ, ਠੀਕ ਹੈ। ਬਾਕੀ ਸੁਲਤਾਨ ਬਾਹੂ ਵੀ ਸੀਗੇ ਇੰਪੋਰਟੈਂਟ, ਪਰ ਉਹ ਇੰਨੇ ਨਹੀਂ ਸੀਗੇ। ਤਾਂ ਇਸ ਕਰਕੇ ਮੈਂ ਉਹ ਥੋੜਾ ਘੱਟ ਡਿਟੇਲ 'ਚ ਕਰਾਇਆ, ਇਹ ਜ਼ਿਆਦਾ ਡਿਟੇਲ 'ਚ ਕਰਵਾ ਰਿਹਾ।
ਤਾਂ ਬਾਬਾ ਬੁੱਲੇ ਸ਼ਾਹ ਜੀ ਦਾ ਅਸਲੀ ਨਾਮ ਕੀ ਸੀਗਾ? ਤੁਸੀਂ ਮੈਨੂੰ ਆਨਸਰ ਕਰਨਾ। ਸ਼ਾਹ ਵਲੀ ਉੱਲਾ, ਸੈयद ਅਹਿਮਦ ਬਰੇਲਵੀ, ਸਰ ਸੈयद ਅਹਿਮਦ ਜਾਂ ਫਿਰ ਅਬਦੁੱਲਾ ਸ਼ਾਹ। ਤੁਸੀਂ ਇਹਦਾ ਮੈਨੂੰ ਆਨਸਰ ਕਰਨਾ ਰਾਜੇ। ਇਦਾਂ ਤੁਸੀਂ ਪ੍ਰੋਪਰ ਮੈਨੂੰ ਨਾਂ ਦੱਸਣਾ, ਠੀਕ ਹੈ। ਜਿਵੇਂ ਜੇ ਤੁਸੀਂ ਨਾਂ ਦੱਸੋਗੇ ਤਾਂ ਪ੍ਰੋਪਰ ਨਾਮ ਲਿਖਣਾ ਹੈ, ਤਾਂ ਮੈਨੂੰ ਸਮਝ ਆਊਗੀ। ABCD ਨਹੀਂ ਪਾਉਣਾਗਾ, ਮੈਨੂੰ ਸਮਝ ਨਹੀਂ ਆਉਣੀ ਕਿਹੜੇ ਕੁਐਸਚਨ ਦਾ ਤੁਸੀਂ ਜਵਾਬ ਦੇ ਰਹੇ ਹੋ। ਅੱਗੇ ਤੁਸੀਂ ਮੈਨੂੰ ਦੱਸਣਾ ਰਾਜੇ, ਤੁਹਾਨੂੰ ਮੈਂ ਲਾਸਟ ਟਾਈਮ ਤੇ ਬਾਬਾ ਸ਼ੇਖ ਫਰੀਦ ਜੀ ਪੜ੍ਹਾਏ ਆ, ਉਹਨਾਂ ਵਿੱਚੋਂ ਕੁਐਸਚਨ ਪੁੱਛ ਰਿਹਾ ਕਿ ਤੁਸੀਂ ਰਿਵੀਜ਼ਨ ਵੀ ਕਰਦੇ ਹੋ ਜਾਂ ਨਹੀਂ ਕਰਦੇ। ਸ਼ੇਖ ਨਿਜ਼ਾਮੂਦੀਨ ਔਲੀਆ ਕਿਸ ਸੂਫੀ ਸੰਤ ਦੇ ਚੇਲੇ ਸਨ? ਤੁਹਾਨੂੰ ਮੈਂ ਚੇਲੇ ਵੀ ਕਰਾਏ ਸੀ ਰਾਜੇ। ਕਿਹਦੇ ਚੇਲੇ ਸੀਗੇ? ਬਾਬਾ ਫਰੀਦ ਜੀ ਦੇ ਚੇਲੇ ਸੀਗੇ, ਖਵਾਜਾ ਮੋਇਨਦੀਨ ਚਿਸ਼ਤੀ ਦੇ ਚੇਲੇ ਸੀਗੇ, ਸ਼ੇਖ ਨਸਰੂਦੀਨ ਦੇ ਸੀਗੇ ਜਾਂ ਫਿਰ ਸ਼ੇਖ ਸ਼ਹਾਬੂਦੀਨ ਦੇ ਸੀਗੇ। ਤਾਂ ਇਹ ਵੀ ਤੁਸੀਂ ਮੈਨੂੰ ਆਨਸਰ ਕਰਨਾ ਰਾਜੇ ਕਮੈਂਟ ਬਾਕਸ ਦੇ ਵਿੱਚ। ਤਾਂ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਲੱਗੀ ਹੋਊਗੀ। ਜਿਹੜਾ ਮੈਂ ਐਂਡ ਦੇ ਵਿੱਚ ਕਰਵਾਇਆ ਹੈ, ਗੰਢਾਂ ਕੀ ਹੁੰਦੀਆਂ ਨੇ, ਫਲਾਨਾ ਕੀ ਹੁੰਦਾ, 12ਵਾਂ ਕੀ ਹੁੰਦਾ, ਉਹ ਤੁਹਾਡੀ ਨੌਲੇਜ ਵਾਸਤੇ ਸੀਗਾ ਰਾਜੇ। ਇਹ ਚੀਜ਼ਾਂ ਲੋਪ ਹੋ ਰਹੀਆਂ ਨੇ। ਮੈਂ ਚਾਹੁੰਦਾ ਵੀ ਇਤਿਹਾਸ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਤਾਂ ਜੋ ਆਪਣੀ ਆਉਣ ਵਾਲੀ ਜਨਰੇਸ਼ਨ ਕੀ ਰਹੂਗੀ, ਇਹਦੇ ਬਾਰੇ ਅਵੇਅਰ ਰਹੂਗੀ। ਨਹੀਂ ਚੀਜ਼ਾਂ ਇਹ ਲੋਪ ਹੋ ਜਾਣਗੀਆਂ। ਇੱਕ ਬੜਮੁੱਲਾ ਇਤਿਹਾਸ ਹੈ ਆਪਣਾ, ਠੀਕ ਹੈ, ਬੜਮੁੱਲਾ ਕਾਵ ਹੈ, ਠੀਕ ਹੈ। ਬਾਕੀ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਪਤਾ ਹੀ ਹੈ, ਉਹਨਾਂ ਦਾ ਨਾਮ, ਉਹਨਾਂ ਦੀ ਸੰਪਰਦਾ ਹੋ ਗਈ, ਉਹਨਾਂ ਦੇ ਮਾਤਾ ਪਿਤਾ ਹੋ ਗਏ, ਉਹਨਾਂ ਦੀ ਜਨਮ ਤਰੀਕ ਜਾਂ ਮ੍ਰਿਤੂ ਤਰੀਕ ਹੋ ਗਈ, ਮੌਤ ਤਰੀਕ ਹੋ ਗਈ, ਜਾਂ ਉਹਨਾਂ ਦੀਆਂ ਰਚਨਾਵਾਂ ਤੁਹਾਡੇ ਵਾਸਤੇ ਇੰਪੋਰਟੈਂਟ ਨੇ। ਜੇ ਤੁਹਾਨੂੰ ਲੱਗ ਰਿਹਾ ਵੀ ਸਰ ਮਿਹਨਤ ਕਰ ਰਹੇ ਨੇ, ਤੁਹਾਨੂੰ ਇਹਦੇ ਤੋਂ ਫਾਇਦਾ ਹੋ ਰਿਹਾ, ਤਾਂ ਪਲੀਜ਼ ਲਾਈਕ ਦਾ ਬਟਨ ਜ਼ਰੂਰ ਦਬ ਦਿਆ ਕਰੋ, ਕਮੈਂਟ ਕਰ ਦਿਆ ਕਰੋ ਜਿਹੜਾ ਕੁਝ ਮੈਂ ਪੁੱਛਦਾ, ਤਾਂ ਸ਼ੇਅਰ ਕਰ ਦਿਆ ਕਰੋ ਰਾਜੇ। ਕਰ ਭਲਾ ਹੋ ਭਲਾ, ਤੇ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬ ਲਿਆ ਕਰੋ। ਆਈ ਹੋਪ ਤੁਸੀਂ ਸਭ ਕੁਝ ਇੰਜੋਏ ਕਰ ਰਹੇ ਹੋਵੋਗੇ ਰਾਜੇ, ਬਹੁਤ ਵਧੀਆ ਤਿਆਰੀ ਕਰ ਰਹੇ ਹੋਵੋਗੇ। ਜਲਦੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ। ਤਦ ਤੱਕ ਵਾਸਤੇ ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।